देश दुनिया ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰਜਿੰਦਰ ਸਿੰਘ ਬਿਲਗਾ, ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ। ਦੋਸਤੋ, 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 379 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਚੱਲਿਆ, ਇਹਦੇ ਵਿੱਚ ਬਿਲਗਾ ਦੇ ਹਿੱਸੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਆਈ ਆ। ਇਸ ਜ਼ਿੰਮੇਵਾਰੀ ਦੇ ਵਿੱਚ ਸੰਤੋਖ ਸਿੰਘ ਸੰਧੂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਜਾਣਦੇ ਹੋ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੰਤੋਖ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਸੰਧੂ, ਦੋ ਸੰਧੂ ਇਹ ਕਾਮਰੇਡ ਜਿਹੜੇ ਆ ਰੁੜਕੇ ਤੋਂ ਹਨ, ਜਿਨ੍ਹਾਂ ਵਿੱਚੋਂ ਸੰਤੋਖ ਸਿੰਘ ਸੰਧੂ ਅੱਜ ਬਿਲਗ ਦੇ ਹਿੱਸੇ ਵਿੱਚ ਕਹਿ ਸਕਦੇ ਹਾਂ ਸੰਧੂ ਸਾਹਿਬ। ਬਿਲਕੁਲ। ਤਾਂ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸੰਧੂ ਸਾਹਿਬ ਹੋਣਾ ਨੇ ਇਸ ਅੰਦੋਲਨ 'ਚ 25 ਸਤੰਬਰ ਤੋਂ ਲੈ ਕੇ ਜਿਹੜਾ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਇਹ ਡਟੇ। ਉਸ ਤੋਂ ਬਾਅਦ ਦਿੱਲੀ ਦੇ ਅੰਦੋਲਨ ਵਿੱਚ ਇਹਨਾਂ ਨੇ ਦਿਨ ਰਾਤ ਇੱਕ ਕੀਤਾ, ਤਾਂਹੀਓ ਅੰਦੋਲਨ ਜਿੱਤ ਕੇ ਆਉਣ ਤੋਂ ਵਾਪਸੀ 'ਤੇ ਤੁਸੀਂ ਦੇਖਿਆ ਹੋਵੇਗਾ ਕਿ ਸੰਧੂ ਹੁਣਾਂ ਦੇ ਚਾਹੁਣ ਵਾਲਿਆਂ ਨੇ ਇਹਨਾਂ ਨੂੰ ਬਹੁਤ ਵੱਡੀ ਗਿਣਤੀ 'ਚ ਹਾਰ ਪਾ ਕੇ ਜਿਹੜਾ ਸਨਮਾਨ ਦਿੱਤਾ। ਅੱਜ ਸਾਡੇ ਨਾਲ ਜੁੜੇ ਨੇ, ਆਓ ਇਹਨਾਂ ਤੋਂ ਜਾਣਦੇ ਹਾਂ ਕਿ ਇਸ ਅੰਦੋਲਨ ਵਿੱਚ ਜਿਹੜਾ ਜਿੱਤ ਹੋਈ ਆ ਇਹਦੇ ਲਈ ਕਿੰਨੀ ਕੁ ਮਸ਼ੱਕਤ ਕੀਤੀ। ਵੱਖ-ਵੱਖ ਸਵਾਲਾਂ ਦੇ ਜਵਾਬ ਲਵਾਂਗੇ। ਆਓ ਗੱਲ ਕਰਦੇ ਹਾਂ ਸੰਤੋਖ ਸਿੰਘ ਸੰਧੂ ਹੋਣਾ ਨਾਲ। ਸੰਧੂ ਜੀ, ਤੁਹਾਡਾ ਬਹੁਤ-ਬਹੁਤ ਬਿਲਗਾ ਨਿਊਜ਼ ਆਨਲਾਈਨ 'ਤੇ ਸਵਾਗਤ ਹੈ। ਧੰਨਵਾਦ ਜੀ। ਬਿਲਗਾ ਆਨਲਾਈਨ ਨਿਊਜ਼ ਦੇ ਸਾਰੇ ਦਰਸ਼ਕਾਂ ਦਾ, ਸੁਣਨ ਵਾਲੇ ਸਾਥੀਆਂ ਦਾ, ਦੇਸ਼ ਵਿਦੇਸ਼ 'ਚ ਰਹਿੰਦੀਆਂ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਥੀਓ, ਬਿਲਗਾ ਆਨਲਾਈਨ ਨਿਊਜ਼ 'ਤੇ ਬੈਠਣ ਦਾ ਮੌਕਾ ਮਿਲਿਆ। ਸਾਥੀ ਰਜਿੰਦਰ ਸਿੰਘ ਹੁਣੀ ਜੀ, ਜਿਹੜੇ ਪਹਿਲੇ ਤੋਂ ਮੋਰਚੇ ਸਾਡੇ ਨਾਲ ਜੁੜੇ ਹੋਏ ਆ, ਸਮੇਂ-ਸਮੇਂ ਸਿਰ ਲਗਾਤਾਰ ਹੀ ਲੋਕ ਪੱਖੀ ਇਹ ਵੀ ਗੱਲ ਕਰਦੇ ਆ, ਲੋਕਾਂ ਦੇ ਹੱਕ ਦੀ ਗੱਲ ਕਰਦੇ ਆ। ਬਹੁਤ ਸਾਰੇ ਚੈਨਲ ਆ ਸਾਡੇ ਜਿਹੜੇ ਲੋਕਾਂ ਦੇ ਮਸਲਿਆਂ ਦੀ ਗੱਲ ਕਰਦੇ ਆ, ਕਿਉਂਕਿ ਇਹ ਜ਼ਮੀਨ ਨਾਲ ਜੁੜੇ ਲੋਕ ਆ ਜਿਹੜੇ ਇੱਦਾਂ ਦੀ ਕੋਈ ਗੱਲ ਕਰਦੇ ਆ। ਕਿਉਂਕਿ ਜਿਹੜਾ ਅੰਦੋਲਨ ਆ, ਇਹ ਅੰਦੋਲਨ ਜਿਹੜਾ ਜਨ ਅੰਦੋਲਨ ਬਣ ਗਿਆ, ਜਿਹੜਾ ਇੱਕ ਸੀ ਮਤਲਬ ਜਿਹੜਾ ਲੈ ਕੇ ਤੁਰੇ ਸੀ, ਪੰਜਾਬ ਤੋਂ ਲੈ ਕੇ ਤੁਰੇ ਸੀ। ਪਹਿਲਾਂ ਜਦੋਂ ਸ਼ੁਰੂ ਹੋਇਆ ਫਿਰ ਸਾਨੂੰ ਇਹ ਵੀ ਕਿਹਾ ਗਿਆ ਵੀ ਪੰਜਾਬ ਦਾ ਇਕੱਲੇ ਦਾ ਅੰਦੋਲਨ ਆ। ਹੌਲੀ ਹੌਲੀ ਅਸੀਂ ਜਿਹੜਾ ਉਹ ਅੰਦੋਲਨ ਨੂੰ ਅੱਗੇ ਵਧਾਉਣ ਦੇ ਵਿੱਚ ਕਾਮਯਾਬ ਹੋਏ ਆ। ਜਿਹੜਾ ਹਰਿਆਣਾ ਨਾਲ ਜੋੜਿਆ ਸੀ, ਯੂਪੀ ਨਾਲ ਜੋੜੀ, ਹੌਲੀ ਹੌਲੀ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀ ਸਾਡੀ ਜਥੇਬੰਦੀ ਆ ਕਿਰਤੀ ਕਿਸਾਨ ਯੂਨੀਅਨ 'ਚ ਅਸੀਂ ਕੰਮ ਕਰਦੇ ਹਾਂ। ਆਲ ਇੰਡੀਆ ਲੈਵਲ 'ਤੇ AIKMS ਜਿਹੜੀ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਜਿਹੜੀ ਇਹ ਕੰਮ ਕਰਦੀ, ਲਗਭਗ 14 ਸਟੇਟਾਂ ਦੇ ਵਿੱਚ ਸਾਡੀ ਜਥੇਬੰਦੀ ਇਹ ਕੰਮ ਕਰਦੀ ਆ। ਅਤੇ ਅਸੀਂ ਮਤਲਬ ਪਹਿਲੇ ਦਿਨ ਤੋਂ ਤੁਰੇ ਸੀ ਵੀ ਜਾਂ ਜਿੱਤ ਕੇ ਆਵਾਂਗੇ ਜਾਂ ਸਾਡੀਆਂ ਲਾਸ਼ਾਂ ਆਉਣਗੀਆਂ। ਅਸੀਂ ਇਹ ਤਹਈਆ ਕਰਕੇ ਤੁਰੇ ਸੀ ਵੀ ਮਤਲਬ ਉਹ 'ਤੇ ਲੋਕਾਂ ਨੇ ਗੀਤ ਵੀ ਬਣਾਏ ਗਾਉਣ ਵਾਲਿਆਂ ਨੇ ਵੀ ਜਾਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ। ਇਹ ਸਾਡੀ ਜਥੇਬੰਦੀ ਦਾ ਨਾਅਰਾ ਸੀਗਾ। ਅਸੀਂ ਇਹ ਵੀ ਨਾਅਰਾ ਦਿੱਤਾ ਸੀ ਅਤੇ ਵੀ ਸਮਝੌਤਾ ਨਹੀਂ, ਅਤੇ ਇਹ ਤਿੰਨੇ ਕਾਨੂੰਨ ਜਿਹੜੇ ਆ, ਸੋਧਾ ਨਹੀਂ ਮਨਜ਼ੂਰ, ਤਿੰਨੇ ਕਾਨੂੰਨ ਚਕਨਾਚੂਰ, ਇਹ ਸਾਡੀ ਜਥੇਬੰਦੀ ਦਾ ਨਾਅਰਾ ਸੀ। ਅਤੇ ਅਸੀਂ ਇਹਦੇ ਵਿੱਚ ਕਾਮਯਾਬ ਹੋਏ ਹਾਂ। ਸਮੇਂ-ਸਮੇਂ ਸਿਰ ਜਿੰਨੀ ਵੀ ਸਾਡੀ ਡਿਊਟੀ ਲੱਗੀ ਆ ਮੋਰਚੇ ਦੇ ਵਿੱਚ, ਅਸੀਂ ਆਪਣੀ ਲੋੜ ਤੋਂ ਵੀ ਵੱਧ ਡਿਊਟੀ ਦਿੱਤੀ। ਲਗਭਗ 20 ਘੰਟੇ, ਮਤਲਬ ਸਿਰਫ 4 ਘੰਟੇ ਅਸੀਂ ਸੌਂਦੇ ਰਹੇ ਹਾਂ। 20 ਘੰਟੇ ਅਸੀਂ ਡਿਊਟੀ ਮੋਰਚੇ 'ਚ ਦਿੱਤੀ ਆ। ਰਾਤ ਨੂੰ ਵੀ ਫਿਰ ਵੀ ਜਦੋਂ, ਕਿਉਂਕਿ ਤੁਸੀਂ ਸਾਰੇ ਜਾਣਦੇ ਆ ਵੀ ਸਾਡੇ ਕੋਲ 2 ਸਾਥੀ ਅਸੀਂ ਮੇਨ ਸੀ। ਜਿਹੜਾ ਸੰਯੁਕਤ ਮੋਰਚੇ ਦਾ ਜਿਹੜਾ ਕੈਸ਼ 'ਤੇ ਸਾਡੀ ਜ਼ਿੰਮੇਵਾਰੀ ਸੀ, ਇੱਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਸਾਥੀ ਅਮਰੀਕ ਸਿੰਘ ਸਿੰਘਪੁਰ ਸੀ, ਦੂਜਾ ਮੈਂ ਸੀ। ਉਹਨਾਂ ਦੇ ਨਾਲ 2 ਸਾਡੇ ਨਾਲ ਹੈਲਪਰ ਮੁੰਡੇ ਹੁੰਦੇ ਸੀਗੇ, ਅਤੇ ਜਿਨ੍ਹਾਂ ਨੇ ਸਾਡਾ ਨਾਲ ਸਾਡੇ ਰਿਹਾ। ਤਾਂ ਬਾਕੀ ਅਸੀਂ ਉਹ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਥੀਆਂ ਨੇ ਸਾਨੂੰ ਪੈਸੇ ਦਿੱਤੇ, ਜਮ੍ਹਾਂ ਕਰਾਏ, ਅਸੀਂ 2 ਰਜਿਸਟਰਾਂ 'ਤੇ ਚਾੜ੍ਹਦੇ ਸੀ। ਇੱਕ ਰਸੀਦ ਕੱਟ ਕੇ ਉਹਨਾਂ ਨੂੰ ਦਿੰਦੇ ਸੀ। ਇੱਕ ਜਿਹੜੀ ਸੰਯੁਕਤ ਮੋਰਚੇ ਦਾ ਸਟੇਜ ਦੇ ਉੱਤੇ ਅਨਾਊਂਸ ਕਰਦੇ ਸੀ, ਉਹ ਸੰਯੁਕਤ ਤੋਂ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਮਰਜ਼ੀ ਕੋਈ ਸਾਡਾ ਹਿਸਾਬ ਚੈੱਕ ਕਰ ਸਕਦਾ। ਹੁਣ ਵੀ ਜਦੋਂ ਸਾਡੇ ਸਾਥੀ ਰਮਿੰਦਰ ਸਿੰਘ ਪਟਿਆਲਾ ਨੇ, ਜਿਹੜੇ ਸਾਡੇ ਮੇਨ ਕਮੇਟੀ ਦੇ ਉਤਲੀ ਕਮੇਟੀ ਦੇ ਜ਼ਿੰਮੇਵਾਰ ਸਾਥੀ ਆ, ਉਹ ਵਕੀਲ ਆ, ਉਹਨਾਂ ਨੇ ਪੂਰਾ ਇੱਕ ਪੈਸੇ ਦਾ ਹਿਸਾਬ ਦਿੱਤਾ। ਫਿਰ ਵੀ ਲੋਕਾਂ ਨੂੰ ਇਹ ਕਿਹਾ ਵੀ ਜਦੋਂ ਮਰਜ਼ੀ ਕਿਸੇ ਦਾ ਜੀ ਕਰਦਾ ਹੋਵੇ, ਸਾਡੇ ਕੋਲ ਪਹਿਲੇ ਦਿਨ ਤੋਂ ਲਾ ਕੇ ਅੱਜ ਤਾਈਂ ਪੂਰਾ ਰਜਿਸਟਰ ਸਾਡੇ ਕੋਲ 5 ਰਜਿਸਟਰਾਂ ਦੀ ਭਰੀ ਆ ਵੀ ਉਹਦੇ ਉੱਤੇ ਸਾਰਾ ਲਿਖਿਆ, ਜਦੋਂ ਮਰਜ਼ੀ ਕੋਈ ਬੰਦਾ ਸਾਥੋਂ ਹਿਸਾਬ ਲੈ ਸਕਦਾ। ਸੰਧੂ ਸਾਹਿਬ, ਜਿਸ ਤਰ੍ਹਾਂ ਹਿਸਾਬ ਦੀ ਗੱਲ ਕੀਤੀ ਹੈ ਤੁਸੀਂ, ਕਿ ਦੇਖਦੇ ਹਾਂ ਵੀ ਸਾਡੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਬਹੁਤ ਮਦਦ ਕੀਤੀ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਵੀ ਮਤਲਬ ਚਾਹੇ ਉਹ ਸਾਡੇ ਸਾਥੀ
ਵਿਦੇਸ਼ ਦੇ ਵਿੱਚੋਂ ਨਹੀਂ ਆ ਜੀ। ਸਕੇ, ਪਰ ਉਹਨਾਂ ਨੇ ਦਿਲ ਖੋਲ ਕੇ ਸਾਡੀ ਮਦਦ ਕੀਤੀ ਆ, ਜੀ। ਜਿਹਦੇ ਕਰਕੇ ਮੋਰਚਾ ਜਿੱਤਿਆ ਗਿਆ। ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਤੁਹਾਡੀ ਜੇਬ 'ਚ ਪੈਸਾ ਨਹੀਂ ਹੁੰਦਾ ਹਾਂਜੀ। ਤੇ ਮੋਰਚਾ ਉਦੋਂ ਵੀ ਹਾਰ ਜਾਂਦਾ, ਠੀਕ ਪਰ ਹੈ। ਉਹ ਸਾਡੇ ਵਿਦੇਸ਼ ਵਾਲੇ ਸਾਥੀ, ਸਾਡੇ NRA ਵੀਰ ਜਿਹੜੇ ਆ, ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਬਹੁਤ ਸਾਰਿਆਂ ਨੂੰ ਬੈਨ ਵੀ ਕੀਤਾ ਸਰਕਾਰਾਂ ਨੇ, ਜੀ। ਪਰ ਅਸੀਂ ਮਤਲਬ ਉਹਨਾਂ ਦੇ ਮੋਰਚੇ ਵਾਲੇ ਅਸੀਂ ਨਾਲ ਆ, ਸੰਯੁਕਤ ਮੋਰਚਾ ਉਹਨਾਂ ਦੇ। ਪਰ ਅਸੀਂ ਗਾਂਹ ਤੋਂ ਵੀ ਉਮੀਦ ਕਰਦੇ ਵੀ ਲੜਾਈ ਹੱਲੇ ਅਸੀਂ ਇੱਕ ਪੌਡਾ ਪੌੜੀ ਦਾ ਚੜ੍ਹੇ ਆ। ਅੱਛਾ ਜੀ। ਅਸੀਂ ਜਿਹੜਾ ਇਹ ਆ ਵੀ ਜਿਹੜਾ ਸਾਤੋਂ ਸਰਕਾਰ ਖੋਣ ਜਾ ਰਹੀ ਸੀ ਜੀ, ਉਹਨੂੰ ਅਸੀਂ ਬਚਾਉਣ 'ਚ ਕਾਮਯਾਬ ਹੋਏ ਆ। ਹੱਲੇ ਜਿੱਤਾ ਜਿਹੜਾ ਸਾਤੋਂ ਖੋਇਆ ਆ, ਹਾਂਜੀ, ਉਹਦੇ ਤੇ ਸਾਡੀ ਲੜਾਈ ਜਿਹੜੀ ਆ, ਅਜੇ ਚਾਹੇ ਉਹ MSP ਦੀ ਗੱਲ ਹੋਵੇ ਜਿਹੜੀ ਸਾਡੀ ਬਾਕੀ ਫਸਲਾਂ ਤੇ ਨਹੀਂ ਮਿਲਦੀ, ਜੀ। ਸਾਡੇ ਤਾਂ 3 ਫਸਲਾਂ ਤੇ ਲਗਭਗ ਮਿਲਦੀ ਆ ਜੀ, ਤੇ ਬਾਕੀ ਫਸਲਾਂ ਤੇ ਨਹੀਂ ਨਹੀਂ ਮਿਲਦੀ। ਮਿਲਦੀ। ਚਾਹੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੋਵੇ, ਹਾਂਜੀ, ਅਸੀਂ ਉਹਨੂੰ ਲਾਗੂ ਕਰਾਉਣ ਦੀ ਗੱਲ ਕਰਦੇ ਆ। ਜੀ। ਉਹ ਜਿਹੜੀ ਅਸੀਂ ਜਿਹੜਾ ਸੰਘਰਸ਼ ਆ ਉਹਨੂੰ ਸਸਪੈਂਡ ਕੀਤਾ, ਉਹਨੂੰ ਅਸੀਂ ਮਤਲਬ ਜਿਹੜਾ ਖਤਮ ਨਹੀਂ ਕੀਤਾ, ਸਸਪੈਂਡ ਕੀਤਾ। ਸਸਪੈਂਡ ਤੋਂ ਬਾਅਦ ਜਦੋਂ ਮਰਜ਼ੀ ਅਸੀਂ ਬਹਾਲ ਕਰਕੇ ਮੋਰਚਾ ਫੇਰ ਲਗਾਉਣ ਦੇ ਅਸੀਂ ਹੈਗੇ ਆ ਸਮਰੱਥਿਆ, ਕਿਉਂਕਿ ਸਾਡੇ ਕੋਲ ਜਦੋਂ ਅਸੀਂ ਪਹਿਲਾਂ ਗਏ ਸੀ ਸਾਡੇ ਕੋਲ ਮਤਲਬ ਪੈਸੇ ਦੀ ਵੀ ਸ਼ਾਰਟੇਜ ਸੀ ਤੇ ਫੰਡ ਵੀ ਨਹੀਂ ਸੀ ਬਾਹਰੋਂ ਆਏ। ਹੁਣ ਦੇਖੋ ਸਰਕਾਰਾਂ ਜਿਹੜੀਆਂ ਮਰਜ਼ੀ ਤੁਸੀਂ ਦੇਖ ਲਓ, ਜਦੋਂ ਕੋਈ ਲੋਕਾਂ ਦੀ ਵਾਰੀ ਹੁੰਦੀ ਤਾਂ ਖਜ਼ਾਨਾ ਕਹਿੰਦੇ ਵਿਹਲਾ ਆ, ਹਾਂਜੀ, ਹਾਂਜੀ, ਪਰ ਸਾਡਾ ਖਜ਼ਾਨਾ ਵਿਹਲਾ ਨਹੀਂ। ਜੀ। ਅਸੀਂ ਖਜ਼ਾਨੇ ਦੇ ਵਿੱਚ 96 ਲੱਖ ਰੁਪਈਆ ਛੱਡ ਕੇ ਆਏ ਆ। ਅੱਛਾ ਅੱਜ ਜੀ। ਵੀ ਸਾਡੇ ਸੰਯੁਕਤ ਮੋਰਚੇ ਕੋਲ 96 ਲੱਖ ਰੁਪਈਆ ਜਿਹੜਾ ਕੈਸ਼ ਇਸ ਵੇਲੇ ਸਾਡੇ ਕੋਲ ਪਿਆ ਆ। ਅਸੀਂ ਹੁਣ ਪ੍ਰਵਾਹ ਨਹੀਂ ਕਰਦੇ, ਜੇ ਸਾਨੂੰ ਕੱਲ ਵੀ ਮੋਰਚਾ ਲਾਉਣਾ ਪਵੇ ਅਸੀਂ ਐਟ ਦੀ ਸਪੌਟ ਲਾ ਸਕਦੇ ਹਾਂ। ਸੰਧੂ ਸਾਹਿਬ, ਤੁਸੀਂ ਦੇਖਿਆ ਵੀ ਆਪਣੇ ਇਲਾਕੇ 'ਚੋਂ ਵੀ ਬੜਾ ਸਹਿਯੋਗ ਰਿਹਾ ਆ। ਪਿੰਡ ਨੇ ਉੱਥੇ ਆਪਣਾ ਜਿੱਦਾਂ ਮੰਨ ਲਓ ਕਹਿਣ ਦਾ ਵੀ ਲੰਗਰ ਲਾਇਆ ਹੁੰਦਾ ਸੀ। ਸਾਡੇ ਸਰੋਤਿਆਂ ਨੂੰ ਦੱਸਿਓ ਕਿ ਇਸ ਤਹਿਸੀਲ ਫਲੌਰ ਦੇ ਵਿੱਚ ਤੁਹਾਡੇ ਕੋਲ ਤਾਂ ਉਂਗਲਾਂ ਤੇ ਇਹ ਜਾਣਕਾਰੀ ਹੋਣੀ ਆ, ਵੀ ਇਹਦੇ ਬਾਰੇ ਦੱਸਿਓ ਜਰਾ। ਲਗਭਗ ਇੱਦਾਂ ਆ ਵੀ ਹੁਣ ਆਪਾਂ ਜੇ ਇਸ ਗੱਲ ਨੂੰ ਕਰਾਂਗੇ ਨਾ, ਹਾਂਜੀ, ਲਗਭਗ ਅਸੀਂ ਕਿ ਸਮਝਦੇ 3 ਤਰ੍ਹਾਂ ਦੇ ਲੋਕ ਹੁੰਦੇ ਤੁਹਾਡੀ ਸਪੋਰਟ ਕਰਨ ਵਾਲੇ। ਅੱਛਾ ਜੀ। ਇੱਕ ਤਾਂ ਲੋਕ ਉਹ ਹੁੰਦੇ ਜਿਹੜੇ ਪਿੰਡ ਦੇ ਵਿੱਚ ਤੁਹਾਡੇ ਲੋਕ ਆ ਵੀ ਇਹ ਗੱਲ ਕਰਦੇ ਵੀ ਆ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਇਹ ਚੰਗਾ ਕੰਮ ਕਰ ਰਹੇ ਆ, ਲੋਕਾਂ ਦੀ ਲੜਾਈ ਲੜਦੇ। ਇੱਕ ਤਾਂ ਉਹ ਸਪੋਰਟਰ ਹੁੰਦੇ ਆ, ਹਾਂਜੀ। ਇੱਕ ਤੁਹਾਡੇ ਸਪੋਰਟਰ ਹੁੰਦੇ ਤੁਹਾਨੂੰ ਪੈਸੇ ਦਿੰਦੇ ਆ ਤੇ ਤੁਹਾਡੀ ਸਪੋਰਟ ਕਰਦੇ ਆ, ਤੁਹਾਡਾ ਪ੍ਰਚਾਰ ਵੀ ਕਰਦੇ ਵੀ ਕਿਸਾਨ ਜਥੇਬੰਦੀਆਂ ਵਾਲੇ ਲੋਕ ਚੰਗੇ ਆ। ਇੱਕ ਜਿਹੜੇ ਤੁਹਾਨੂੰ ਪੈਸੇ ਵੀ ਦਿੰਦੇ ਤੁਹਾਡੇ ਨਾਲ ਵੀ ਤੁਰਦੇ ਆ, ਇੱਕ ਉਹ ਲੋਕ ਹੁੰਦੇ ਆ ਜੀ। ਕਿਉਂਕਿ ਯੋਗਦਾਨ ਸਾਰਿਆਂ ਦਾ ਹੀ ਉੱਚ ਵਿੱਚ ਹੈਗਾ ਆ, ਕਿਸੇ ਨੇ ਘੱਟ ਪਾਇਆ ਕਿਸੇ ਨੇ ਵੱਧ ਪਾਇਆ, ਪਰ ਸਿਆਸੀ ਪਾਰਟੀਆਂ ਨੂੰ ਛੱਡ ਕੇ। ਜੇ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ, ਜੇ ਇਹਨਾਂ ਦਾ ਜਿਹੜੇ ਸਾਡੇ MLA ਆ, ਜਿਹੜੇ ਸਾਡੇ MP ਆ, ਇਹਨਾਂ ਦਾ ਬਣਦਾ ਸੀ ਜੇ ਸੱਚੀ ਮੁੱਚੀ ਇਹ ਕਿਸਾਨਾਂ ਦੇ ਹੁੰਦੇ, ਪਰ ਇਹ ਕਿਸਾਨਾਂ ਦੇ ਨਹੀਂ ਹੈ। ਇਹ ਕਿਸਾਨਾਂ ਦੇ ਸਾਡੇ ਖਿਲਾਫ ਆ। ਜੇ ਕਿਸਾਨਾਂ ਦੇ ਹੁੰਦੇ ਇਹ ਆਪਣੇ ਅਹੁਦਿਆਂ ਨੂੰ ਲੱਤ ਮਾਰਦੇ। ਠੀਕ ਹੈ, ਲੱਤ ਮਾਰ ਕੇ ਕਹਿੰਦੇ ਲੈ ਬਈ ਅਸੀਂ MLA ਛੱਡਿਆ, ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਆ, ਅਸੀਂ ਉੱਥੇ ਮੋਰਚਾ ਡਟਾਂਗੇ। ਜਾਂ ਇਹ ਨਹੀਂ ਵੀ ਲਾਉਣਾ ਸੀ, ਸਾਡੇ ਨਾਲ ਜਾਣਾ ਸੀ। ਇਹਨਾਂ ਦਾ ਇਹ ਬਣਦਾ ਸੀ ਵੀ ਵੱਖਰੇ ਜਾ ਕੇ, ਕਿਉਂਕਿ ਸਾਰੀਆਂ ਪਾਰਟੀਆਂ ਕੋ ਸਾਡੇ ਨਾਲੋਂ ਵੱਧ ਤਾਕਤ ਲਈ ਬੈਠੇ ਆ, ਪੈਸੇ ਪੱਖੋਂ ਵੀ ਤੇ ਉੱਦਾਂ ਵੀ ਇਹਨਾਂ ਕੋਲ ਫੋਰਸ ਜਿਹੜੀ ਆ, ਕਿਉਂਕਿ ਲੋਕ ਹੱਲੇ 75 ਸਾਲਾਂ 'ਚ ਇਹਨਾਂ ਨੇ ਲੋਕਾਂ ਤੇ ਜਿਹੜਾ ਗਲਬਾ ਜਿਹੜਾ ਪਾਇਆ ਆ, ਉਹ ਮਤਲਬ ਜਿਹੜਾ ਹੱਲੇ ਉਹਨੂੰ ਲਾਉਣਾ ਹੱਲੇ ਟਾਈਮ ਲੱਗੂਗਾ। ਤੇ ਪਰ ਅਸੀਂ ਇਹ ਗਰੰਟੀ ਕਹਿ ਸਕਦੇ ਹਾਂ ਵੀ ਜਿੱਦਾਂ ਹੁਣ ਲੋਕ ਤੁਰੇ ਆ ਵੀ ਉਹ ਛੇਤੀ ਲੋਕ ਇਹ ਗਲਬਾ ਇਹਨਾਂ ਦਾ ਲਾ ਦੇਣਗੇ। ਇਹਨਾਂ ਦਾ ਜਿਹੜਾ ਚਰਾਹੇ ਦੇ ਵਿੱਚ ਭਾਂਡਾ ਫੁੱਟੂਗਾ ਵੀ 75 ਸਾਲਾਂ ਦੇ ਵਿੱਚ ਸਾਨੂੰ ਇਹਨੇ ਕਿਵੇਂ ਲੁੱਟਿਆ ਤੇ ਕੁੱਟਿਆ। ਅੱਜ ਸਾਡੇ ਨੌਜਵਾਨ, ਅੱਜ ਸਾਡੇ ਜਿਹੜੇ ਆ ਬਜ਼ੁਰਗ ਆ, ਇਹਨਾਂ ਨੂੰ ਸਵਾਲ ਕਰਨਾ ਪਿਆ ਪਿੰਡਾਂ ਦੇ ਵਿੱਚ, ਜਿਹੜੇ ਕਦੇ ਹਾਰ ਲੈ ਕੇ ਖੜੇ ਹੁੰਦੇ, ਕਦੇ ਬਰਫੀ ਦੇ ਡੱਬੇ ਲੈ ਖੜੇ ਹੁੰਦੇ, ਅੱਜ ਪਿੰਡ ਦੇ ਵਿੱਚ ਸਵਾਲ ਹੋ ਰਹੇ ਆ। ਪਹਿਲਾਂ ਪਿੰਡ ਵਾਲੇ ਪੁੱਛਦੇ, ਅਸੀਂ ਅੱਜ ਵੀ ਬੇਨਤੀ ਕਰਦੇ ਆ ਇਲਾਕੇ ਦੇ ਲੋਕਾਂ ਨੂੰ, ਸਾਰੇ ਸਮੂਹ ਵੋਟਰਾਂ ਨੂੰ, ਵੀ ਤੁਹਾਡਾ ਜਿੱਥੇ ਵੋਟ ਪਾਉਣ ਦਾ ਤੁਹਾਡਾ ਹੱਕ ਆ, ਉੱਥੇ ਤੁਹਾਡਾ ਹੱਕ ਇਹ ਵੀ ਆ ਵੀ ਇਹਨਾਂ ਨੂੰ ਪੁੱਛੋ ਵੀ ਜਿਹੜੇ ਸਾਡੇ ਨਾਲ ਚੋਣ ਵਾਅਦੇ ਕੀਤੇ ਸੀ ਉਹ ਤੁਸੀਂ ਕਿੰਨੇ ਪੂਰੇ ਕੀਤੇ, ਕਿੰਨੇ ਤੁਹਾਡੇ ਰਹਿੰਦੇ ਆ। ਠੀਕ ਹੈ, ਹੁਣ ਮਤਲਬ ਜਿਹੜਾ ਕਾਂਗਰਸ ਸਰਕਾਰ ਆ ਉਹ ਕਹਿ ਰਹੀ ਆ ਵੀ ਅਸੀਂ ਲਗਭਗ 90% ਵਾਅਦੇ ਪੂਰੇ ਕਰਤੇ ਆ। ਹੁਣ ਸਾਡੇ ਮੁਤਾਬਕ ਤਾਂ ਵੀ 10% ਕੀਤੇ, 90% ਰਹਿੰਦੇ ਹਲੇ। ਅੱਛਾ ਜੀ, ਸਾਡੇ ਮੁਤਾਬਕ ਦਾ, ਕਿਉਂਕਿ ਕੈਪਟਨ ਸਾਹਿਬ ਨੇ ਸਾਡੇ ਪਵਿੱਤਰ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਦੀ ਸੀ ਵੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਆੜਤੀਆਂ ਦਾ, ਸੂਦਖੋਰਾਂ ਦਾ, ਬੈਂਕਾਂ ਦਾ, ਉਹ ਸਾਡਾ ਕਰਜ਼ਾ, ਮੇਰਾ ਕਰਜ਼ਾ ਮੇਰੀ ਸਰਕਾਰ ਮੋੜੂਗੀ। ਠੀਕ ਹੈ, ਉਹਨੇ ਇਹ ਵੀ ਗੱਲ ਕੀਤੀ ਸੀ ਵੀ ਮੈਂ 2500 ਰੁਪਈਆ ਪੈਨਸ਼ਨ ਜਿਹੜੀ ਦਊਂਗਾ। ਉਹਨੇ ਇਹ ਵੀ ਗੱਲ ਕਹੀ ਸੀ ਵੀ ਮੈਂ 51,000 ਰੁਪਈਆ ਜਿਹੜੇ ਸਾਡੇ ਮਜ਼ਦੂਰ ਪਰਿਵਾਰ ਆ ਉਹਨਾਂ ਦੇ ਸਗਨ ਸਕੀਮ ਦਊਂਗਾ। ਉਹਨੇ ਇਹ ਵੀ ਗੱਲ ਕਹੀ ਮੈਂ ਸਮਾਰਟਫੋਨ ਦਊਂਗਾ। ਉਹਨੇ ਇਹ ਵੀ ਗੱਲ ਕਹੀ ਸੀ ਵੀ ਜਿਹੜੇ ਲੋਕ ਪੜ੍ਹੇ ਲਿਖੇ ਨੌਜਵਾਨ ਆ, ਜਿੰਨਾ ਚਿਰ ਮੈਂ ਉਹਨਾਂ ਨੂੰ ਨੌਕਰੀ ਨਹੀਂ ਦਊਂਗਾ ਤੇ ਉਹਨਾਂ ਚਿਰ ਇਹਨਾਂ ਨੂੰ ਬੇਰੁਜ਼ਗਾਰੀ ਭੱਤਾ ਦਊਂਗਾ। ਵੀ ਹਰ ਘਰ ਨੂੰ ਮਤਲਬ ਅਸੀਂ
ਨੌਕਰੀ ਪੜ੍ਹੇ ਲਿਖਿਆ ਨੌਕਰੀ ਦੇਵਾਂਗੇ। ਤੁਸੀਂ ਦੇਖਿਆ ਹੋਣਾ ਵੀ ਆਪਣੇ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਪਰਿਵਾਰਾਂ ਦੇ ਫਾਰਮ ਭਰੇ ਗਏ ਘਰ ਭਰਤੀ, ਜਿਹਨਾਂ ਦੇ ਮੁੰਡੇ ਪੜ੍ਹੇ ਲਿਖੇ ਸੀ। ਮੇਰਾ ਖਿਆਲ ਨਹੀਂ ਵੀ ਬਿਲਗੇ ਦੇ ਵਿੱਚ ਇੱਕ ਬੱਚੇ ਨੂੰ ਵੀ ਕਿਤੇ ਨੌਕਰੀ ਮਿਲੀ ਹੋਊਗੀ। ਮੈਂ ਇਹ ਤਾਂ ਗਰੰਟੀ ਲੈ ਸਕਦਾ ਵੀ 3 ਬੰਦਿਆਂ ਨੂੰ ਨੌਕਰੀ ਸਿਰਫ ਮਿਲੀ ਆ ਜੀ। ਤੇ ਇੱਕ ਤਾਂ ਉਹ ਇਹਨਾਂ ਦੇ ਪੋਤੇ ਨੂੰ ਮਿਲੀ ਆ ਬਿਆਨ ਸਿੰਘ ਨੂੰ, ਉਹਨੂੰ ਡੀਐਸਪੀ ਦਾ, 2 ਐਮਐਲਏ ਦਾ ਰੌਲਾ ਪੈਂਦਾ ਸੀ ਵੀ ਉਹਨਾਂ ਦੇ ਮੁੰਡਿਆਂ ਨੂੰ ਕੋਈ ਨੌਕਰੀਆਂ ਦਿੱਤੀਆਂ ਆ। ਇਸ ਕਰਕੇ ਬਾਕੀ ਪਰਿਵਾਰਾਂ ਨੂੰ ਤਾਂ ਤੁਸੀਂ ਖੁਦ ਜਾਣੋ ਕਿਉਂਕਿ ਮੀਡੀਆ ਵਾਲੇ ਤੁਸੀਂ ਸੱਤੀਆਂ ਸਾਰਿਆਂ ਦੇ ਸਵਾਲ ਕਰਦੇ ਆ। ਇਹੀ ਹੱਲ ਕਾਲੀਆਂ ਦਾ ਆ। ਮੈਂ ਸਮਝਦਾ ਵੀ ਜਿੱਦਾਂ ਲੋਕਾਂ ਦੀ ਲਹਿਰ ਤਕੜੀ ਹੋਣੀ, ਕਿਸਾਨਾਂ ਮਜ਼ਦੂਰਾਂ ਨੇ ਅਸੀਂ ਕੁਝ ਕਾਮਯਾਬ ਹੋਏ ਆ ਜੀ। ਕਿਸਾਨਾਂ ਮਜ਼ਦੂਰਾਂ ਦਾ ਨਾਅਰਾ ਲਾਉਣ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿਹੜੇ ਮਜ਼ਦੂਰ ਜਥੇਬੰਦ ਸੀ ਜੀ ਉਹ ਤਾਂ ਗਏ ਆ ਸਾਡੇ ਨਾਲ, ਪਰ ਬਹੁਤ ਸਾਰੇ ਮਜ਼ਦੂਰ ਜਿਹੜੇ ਹਲੇ ਪਿੰਡਾਂ ਜਥੇਬੰਦ ਨਹੀਂ, ਉਹ ਲੋਕ ਇਹਨਾਂ ਨੇ ਇਹ ਗੱਲ ਜ਼ਹਿਰ ਭਰ ਦਿੱਤੀ ਲੋਕਾਂ ਦੇ ਵਿੱਚ ਹਾਕਮਾਂ ਨੇ ਵੀ ਇਹ ਤਾਂ ਜ਼ਮੀਨ ਜੱਟਾਂ ਦੀ ਜਾਣੀ ਆ, ਜਿਹੜੇ ਬੇਜ਼ਮੀਨੇ ਲੋਕ ਆ ਉਹਨਾਂ ਦਾ ਕੀ ਚੱਲ ਜੂਗਾ। ਜਦ ਕਿ ਮਤਲਬ ਇਹ ਮਾਰ ਜਿਹੜੀ ਆ ਵੱਧ ਸਾਡੇ ਮਜ਼ਦੂਰ ਪਰਿਵਾਰਾਂ ਨੂੰ ਪੈਣੀ ਸੀ। ਅੱਜ ਇਹ 2 ਰੁਪਏ ਕਿਲੋ ਕਣਕ ਸਾਡੇ ਮਜ਼ਦੂਰਾਂ ਨੂੰ ਮਿਲਦੀ ਆ, ਅੱਜ 462 ਲੋਕਾਂ ਨੂੰ ਮਿਲ ਜਾਏ, 220 ਬਿਜਲੀ ਬਿੱਲ ਪਾਸ ਹੋ ਜਾਂਦਾ। ਤੇ ਉਹ ਮਤਲਬ ਕਿਵੇਂ ਸਾਡੇ ਮਜ਼ਦੂਰਾਂ ਨੂੰ ਉਹ ਜਿਹੜਾ 462 ਆ, ਅੱਜ ਕੰਮ ਤਾਂ ਕਿਤੇ ਹੈ ਨਹੀਂ, ਕਿਤੇ ਦਿਹਾੜੀ ਨਹੀਂ ਹੈ। ਦਿਹਾੜੀ ਜਿਹੜੀ 300 ਰੁਪਈਆ ਨਾਲ ਪਰਿਵਾਰ ਕਿਵੇਂ ਪਲਦਾ, ਇਹ ਤਾਂ ਪ੍ਰਮਾਤਮਾ ਜਾਣਦਾ ਜਾਂ ਉਹ ਬੰਦੇ ਜਾਣਦੇ ਆ ਜਿਹੜਾ ਪਰਿਵਾਰ ਆਪਣਾ ਪਾਲਦੇ ਆ। ਕਿਉਂਕਿ ਇਹ ਸਰਕਾਰਾਂ ਨੇ ਲੋਕਾਂ ਨੂੰ ਕੀ ਦਿੱਤਾ, ਸਰਕਾਰਾਂ ਨੇ ਲੋਕਾਂ ਨੂੰ ਦਿੱਤਾ ਸਾਨੂੰ ਜਾਤਾਂ 'ਚ ਵੰਡ ਕੇ, ਸਾਨੂੰ ਧਰਮਾਂ 'ਚ ਵੰਡ ਕੇ, ਸਾਨੂੰ ਮਤਲਬ ਤੂੰ ਮਜ਼ਦੂਰ ਆ, ਕਿਸਾਨ ਆ। ਸਾਡੇ ਕਿਸਾਨਾਂ ਦੇ ਵਿੱਚ ਵੀ ਥੋੜ੍ਹੇ ਕਿਸਾਨ ਛੱਡ ਕੇ ਬਹੁਤ ਸਾਰੇ ਕਿਸਾਨਾਂ 'ਚ ਵੀ ਹਲੇ ਇਹ ਪਾੜਾ ਹੈਗਾ ਜਿਹੜਾ ਮਜ਼ਦੂਰਾਂ ਨੂੰ, ਸਾਨੂੰ ਬੈਂਕ ਦੀਆਂ, ਸਾਨੂੰ ਤੇਲ ਦੀਆਂ ਕੰਪਨੀਆਂ ਲੁੱਟ ਕੇ ਲੈ ਗਈਆਂ, ਸਾਨੂੰ ਦਵਾਈ ਦੀਆਂ ਕੰਪਨੀਆਂ ਲੁੱਟ ਕੇ ਲੈ ਗਈਆਂ, ਸਾਨੂੰ ਖਾਦ ਦੀਆਂ ਕੰਪਨੀਆਂ ਲੁੱਟ ਕੇ ਲੈ ਗਈਆਂ, ਸਾਨੂੰ ਟਰੈਕਟਰਾਂ ਦੀਆਂ ਕੰਪਨੀਆਂ ਲੁੱਟ ਕੇ ਲੈ ਗਈਆਂ। ਪਰ ਜਦੋਂ ਸਾਡੀ ਮਜ਼ਦੂਰ ਨੂੰ 10 ਰੁਪਏ ਦੇਣ ਦੀ ਵਾਰੀ ਹੁੰਦੀ ਆ, ਸਾਡੇ ਕਿਸਾਨ ਉਦੋਂ ਹੱਥ ਘੁੱਟ ਲੈਂਦੇ ਆ, ਜਿਹਦੇ ਕਰਕੇ ਮਜ਼ਦੂਰਾਂ ਨੂੰ ਵੀ ਇਸ ਗੱਲ ਦਾ ਲੱਗਾ ਵੀ ਸਾਡੀ ਇਹ ਲੜਾਈ ਨਹੀਂ ਹੈ। ਤੇ ਅੱਜ ਅਸੀਂ ਉਹ ਗੱਲ ਅਸੀਂ ਆਪਣੇ ਜਥੇਬੰਦੀਆਂ ਵੀ ਕਰਦੇ ਹਾਂ ਵੀ ਸਾਡੇ ਗੁਆਂਢ ਸ਼ਾਦੀਪੁਰ ਆ, ਸਾਡਾ ਮੁੰਡਾ ਯੂਥ ਦਾ ਉਹ ਪ੍ਰਧਾਨ ਆ ਜ਼ਿਲ੍ਹੇ ਦਾ, ਜ਼ਿਲ੍ਹੇ ਦਾ ਆਗੂ ਆ ਉਹ ਬੂਟਾ ਸਿੰਘ ਸ਼ਾਦੀਪੁਰ। ਉਹਨੇ ਜਿੱਦਣ ਕਣਕ ਵੱਢੀ ਆ, ਉਹਨੇ ਪਹਿਲੀ 4 ਖੱਤਿਆਂ ਦੀ ਕਣਕ ਵੱਢ ਕੇ ਆਪਣੇ ਪਿੰਡ 'ਚ ਲੈ ਗਿਆ, ਮਜ਼ਦੂਰਾਂ ਦੇ ਵਿਹੜੇ ਲੈ ਗਿਆ ਜੀ। ਵਿਹੜੇ ਜਾ ਕੇ ਉਹਨੇ ਕਿਹਾ ਵੀ ਜਿੰਨੇ ਚਾਹੀਦੇ 2-2 3-3 4-4 ਪੀਪੇ ਲੈ ਜਾਓ, ਵੀ ਮੈਂ ਤਾਂ ਬਾਬੇ ਨਾਨਕ ਦੀ ਖੇਤੀ ਕਰਨੀ ਆ, ਮੈਂ ਤਾਂ ਵੱਢ ਕੇ ਖਾਣਾ। ਇਹ ਅਸੀਂ ਇਤਿਹਾਸ ਇੱਧਰ ਨੂੰ ਤੋੜ ਰਹੇ ਆ, ਅਸੀਂ ਕਰ ਰਹੇ ਹਾਂ ਸਾਰਾ ਕੁਝ ਵੀ ਇਹ ਲੜਾਈ ਨੂੰ ਸਾਂਝੀ ਇੱਕ ਲੜਾਇਆ ਜਾਵੇ ਤਾਂ ਕਿ ਜਿਹੜੀ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਹੋਈ ਆ, ਦੇਖੋ ਮਜ਼ਦੂਰ ਵੀ ਲੁੱਟਿਆ ਗਿਆ, ਕਿਸਾਨ ਵੀ ਲੁੱਟਿਆ ਗਿਆ। ਅਸੀਂ ਕੀ ਆ ਵੀ ਅਸੀਂ ਜਥੇਬੰਦੀ ਨਹੀਂ ਬਣਾਈ ਜੀ, ਕਿਸਾਨਾਂ ਨੇ ਕਿਸਾਨ ਜਥੇਬੰਦੀ ਨਹੀਂ ਬਣਾਈ, ਮਜ਼ਦੂਰਾਂ ਨੇ ਮਜ਼ਦੂਰ ਜਥੇ, ਅਸੀਂ ਕਾਲੀ ਬਣ ਗਏ, ਅਸੀਂ ਕਾਮਰੇਡ ਬਣ ਗਏ, ਅਸੀਂ ਝਾੜੂ ਚੱਕ ਲਿਆ ਤੇ ਅਸੀਂ ਭਾਜਪਾ ਵਾਲੇ ਬਣ ਗਏ। ਅਸੀਂ ਮਜ਼ਦੂਰ ਨਹੀਂ ਬਣੇ, ਕਿਸਾਨ ਨਹੀਂ ਬਣੇ, ਦੋਹਾਂ ਦੀ ਲੁੱਟ ਹੋਈ, ਜਿਹਦੇ ਕਰਕੇ ਅੱਜ ਇਹ ਦੋਏ ਜਿਹੜੀਆਂ ਤਰ੍ਹਾਂ ਮਜ਼ਦੂਰ ਵੀ ਆਤਮ ਹੱਤਿਆ ਕਰ ਰਿਹਾ ਤੇ ਕਿਸਾਨ ਵੀ ਜਿਹੜਾ ਆਤਮ ਹੱਤਿਆ ਕਰ ਰਿਹਾ। ਇਸ ਕਰਕੇ ਦਾ ਕਾਰਨ ਹੈ ਇਹਨਾਂ ਨੂੰ ਵੱਡੀਆਂ ਕੰਪਨੀਆਂ, ਵੱਡੇ ਸਰਮਾਏਦਾਰ ਲੁੱਟ ਕੇ ਲੈ ਗਏ। ਪਰ ਆਹ ਜਿਹੜੀ ਲੜਾਈ ਲੜੀ ਆ, ਇਹ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰੀ ਲੜਾਈ ਆ ਵੀ ਜਿਹੜਾ ਕਾਰਪੋਰੇਟ ਘਰਾਣੇ ਨੂੰ ਅਸੀਂ ਇਹਨੂੰ ਪਿੱਛੇ ਮੋੜਨ ਦੇ ਵਿੱਚ ਕਾਮਯਾਬ ਹੋਏ ਆ ਔਰ ਅਸੀਂ ਜਿੱਤ ਕੇ ਆਏ ਆ। ਇਹ ਸਾਡੇ ਮਾਣ ਵਾਲੀ ਗੱਲ ਆ, ਸਾਡੇ ਫਖਰ ਵਾਲੀ ਗੱਲ ਆ। ਜਿਹੜੀ ਸਾਡੀ ਲੀਡਰਸ਼ਿਪ, ਇਹਨਾਂ ਲੋਕਾਂ ਨੇ, ਸਿਆਸੀ ਪਾਰਟੀਆਂ ਨੇ ਗੱਲ ਖੜੀ ਕਰਕੇ ਵੀ ਇਹ ਬੁੱਢੀ ਲੀਡਰਸ਼ਿਪ ਆ ਜੀ, ਇਹ ਜਵਾਨਾਂ ਦੀ ਲੀਡਰ ਸਾਡੇ ਘਰਾਂ 'ਚ ਪਾੜ ਪਾਤੇ। ਔਰ ਜਿਹੜੇ ਮੇਰੇ ਬੱਚੇ ਆ ਜਾਂ ਤੁਹਾਡੇ ਬੱਚੇ ਆ, ਉਹ ਆਪਣੇ ਬਾਪ ਨਾਲ ਹੀ ਆ ਨਾ, ਉਹ ਮੁੰਡਿਆਂ ਨੂੰ ਲੱਗ ਕਰਨ ਦੀ ਕੋਸ਼ਿਸ਼ ਕੀਤੀ, ਬਜ਼ੁਰਗਾਂ ਨੂੰ ਲੱਗ ਕਰਨ ਦੀ ਕੋਸ਼ਿਸ਼ ਕੀਤੀ, ਤੇ ਮਤਲਬ ਵੀ ਨੌਜਵਾਨ ਨਾਲ ਹੈ ਨਹੀਂ, ਬੁੜਿਆਂ ਦੇ ਇਹ ਤਾਂ ਬੁੜਿਆਂ ਦੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ, ਇਹ ਬੁੜਿਆਂ ਨੇ ਪੈਸੇ ਲੈ ਕੇ ਜਥੇਬੰਦੀਆਂ ਨੇ ਭੱਜ ਜਾਣਾ। ਅੱਜ ਕੌਣ ਪੈਸੇ ਲੈ ਕੇ ਭੱਜਾਵੇ? ਸਾਰਿਆਂ ਦੇ ਲੋਕਾਂ ਦੇ ਸਾਹਮਣੇ ਸਾਰੀਆਂ ਤੁਸੀਂ ਗੱਲਾਂ ਮੀਡੀਆ ਵਾਲੇ ਸਾਥੀਆਂ ਨੇ ਸਾਰੀਆਂ ਤੁਸੀਂ ਸੁਣੀਆਂ। ਸੋ ਅਸੀਂ ਉਹਨਾਂ ਗੱਲਾਂ ਦਾ ਤੋੜਵਾਂ ਜਵਾਬ ਦਿੱਤਾ ਤੇ ਅਸੀਂ ਲੋਕ ਡਟੇ ਆ ਇਸ ਗੱਲ ਤੇ ਸਾਨੂੰ ਮਾਣ ਆ। ਚਾਹੇ ਸਾਡਾ ਕੋਈ ਵੀ ਲੀਡਰ, ਸਾਡਾ ਜਿਹੜਾ ਜਿੰਨੇ ਵੀ ਲੀਡਰਸ਼ਿਪ ਆ, ਉਹ ਸਾਰੀ ਉੱਥੇ ਬਿਮਾਰ ਵੀ ਹੋਈ ਆ, ਕਿਉਂ ਉਹ ਹਾਲਾਤ ਜਿਹੜੇ ਉਹਨਾਂ ਹਾਲਾਤਾਂ ਨਾਲ ਅਸੀਂ ਜੂਝੇ ਆ। ਉੱਥੇ ਮੱਛਰ ਦਾ ਅੱਜ ਵੀ ਤੁਸੀਂ ਦੇਖੋ, ਮੱਖੀਆਂ ਤੋਂ ਮੋਟਾ ਮੱਛਰ ਆ ਉੱਥੇ ਹੁਣ ਵੀ, ਇਸ ਵੇਲੇ ਸਿਆਲ ਦੇ ਵਿੱਚ ਵੀ ਇੱਦਾਂ ਹੀ। ਮਤਲਬ ਸਾਨੂੰ ਡੇਂਗੂ ਵੀ ਹੋਇਆ, ਸਾਡੇ ਸੈੱਲ ਵੀ ਘਟੇ, ਸਾਨੂੰ ਇਨਫੈਕਸ਼ਨਾਂ ਵੀ ਹੋਏ, ਜਿਹਨਾਂ ਕਰਕੇ ਸਾਨੂੰ ਲਗਭਗ ਬਹੁਤੀ ਲੀਡਰਸ਼ਿਪ ਨੂੰ ਹਸਪਤਾਲਾਂ 'ਚ ਦਾਖਲ ਹੋਣਾ ਪਿਆ। ਫਿਰ ਅਸੀਂ ਇਲਾਜ ਕਰਾ ਕੇ ਆਪਣਾ ਫਿਰ ਡਟੇ ਉਸ ਮੋਰਚੇ ਜਾ ਕੇ ਔਰ ਜਿੱਤ ਤੇ ਲੈ ਕੇ ਗਏ ਆ। ਤੇ ਇਸ ਕਰਕੇ ਪੰਜਾਬ ਦੇ ਮੀਡੀਆ ਬੰਨੇ ਜਿਹੜਾ ਸਾਡਾ ਮਤਲਬ ਨੈਸ਼ਨਲ ਮੀਡੀਆ 'ਚੋਂ 1-2 ਚੈਨਲ ਛੱਡ ਕੇ ਬਾਕੀ ਸਾਰਾ ਮੋਦੀ ਦੇ ਹੱਕ 'ਚ ਭੁਗਤਿਆ। ਪਰ ਸਾਡਾ ਜਿਹੜਾ ਸੋਸ਼ਲ ਪੰਜਾਬ ਦਾ ਮੀਡੀਆ ਸੀ,
ਇਹਨੇ ਸਾਡੇ ਹੱਕ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰਾ ਤੁਸੀਂ ਸਾਡੀਆਂ ਉੱਥੇ ਜਾ ਕੇ ਇੱਥੋਂ ਇੰਟਰਵਿਊ ਵੀ ਲੈਂਦੇ ਰਹੇ। ਸਾਡੇ ਪਿੰਡ ਦਾ ਮੁੰਡਾ ਉਹ ਗੁਰਨਾਮ ਸਿੰਘ ਆ, ਤੇ ਉਹ ਵੀ ਲਗਾਤਾਰ ਸਾਡੇ ਮੋਰਚੇ ਦੇ ਵਿੱਚ ਜਦੋਂ ਜਾਂਦਾ ਸੀ ਅਸੀਂ ਉੱਥੇ ਕੈਸ਼ ਤੇ ਬੈਠੇ ਹੁੰਦੇ, ਸਾਨੂੰ ਉਹਨੇ ਮਿਲਣਾ ਜੀ। ਹੁਣ ਵੀ ਜਿੱਦਣ ਉਹ ਮੋਰਚਾ ਜਿੱਤ ਹੋਇਆ ਉਦੋਂ ਸਾਡੀ ਉਹਨੇ ਇੰਟਰਵਿਊ ਲਈ। ਇਸ ਕਰਕੇ ਮਤਲਬ ਸਾਡੇ ਨੌਜਵਾਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਵੀ ਇਹ ਮੋਰਚੇ ਨੂੰ, ਕਿਉਂਕਿ ਇਹ ਇਕੱਲਿਆਂ ਦਾ ਮੋਰਚਾ ਨਹੀਂ ਸੀਗਾ। ਇਹ ਚਾਹੇ ਉਹ ਸਾਡੇ ਤੁਸੀਂ ਮੀਡੀਆ ਵਾਲੇ ਸਾਥੀ ਆ, ਚਾਹੇ ਕੋਈ ਛੋਟੇ ਦੁਕਾਨਦਾਰ ਆ, ਚਾਹੇ ਕੋਈ ਮੁਲਾਜ਼ਮ ਆ, ਚਾਹੇ ਕੋਈ ਮਜ਼ਦੂਰ ਆ, ਚਾਹੇ ਕੋਈ ਕਿਸਾਨ ਆ, ਇਹ ਮੋਰਚਾ ਸਾਰਿਆਂ ਦਾ ਸਾਂਝਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਨੂੰ ਅਸੀਂ ਹੋਰ ਤੇਜ਼ ਕਰਾਂਗੇ ਔਰ ਜਿਹੜੀਆਂ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਆ ਉਹਨੂੰ ਅਸੀਂ ਨਾਲ ਲਾਵਾਂਗੇ। ਚਾਹੇ ਉਹ ਪੜ੍ਹਾਈ ਦਾ ਮਾਮਲਾ ਆ ਮਜ਼ਦੂਰਾਂ ਦਾ, ਛੋਟੇ ਕਿਸਾਨਾਂ ਦਾ, ਚਾਹੇ ਉਹ ਇਲਾਜ ਦਾ ਮਾਮਲਾ ਆ, ਅਸੀਂ ਆਪਣੇ ਏਜੰਡੇ ਦੇ ਵਿੱਚ ਇਹਨਾਂ ਨੂੰ ਵੀ ਲੈ ਕੇ ਜਾਵਾਂਗੇ। ਤੇ ਸਾਡੀ ਲੜਾਈ ਆ ਜਿਹੜੀ ਉਹ ਜਾਰੀ ਆ ਹਲੇ, ਤੇ ਅਸੀਂ ਇਹਨੂੰ ਜਿੰਨਾ ਚਿਰ ਕਿਸਾਨੀ ਨੂੰ ਲਾਹੇਵੰਦ ਧੰਦਾ ਨਹੀਂ ਬਣਾ ਲੈਂਦੇ, ਮਜ਼ਦੂਰਾਂ ਨੂੰ ਬਰਾਬਰਤਾ ਦੇ ਹੱਕ ਨਹੀਂ ਦਵਾ ਲੈਂਦੇ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਦਾ ਅਮਲ ਦੇ ਵਿੱਚ ਨਾਅਰਾ ਨਹੀਂ ਲਾ ਲੈਂਦੇ, ਉਹਨਾਂ 'ਚ ਲੜਾਈ ਸਾਡੀ ਇਹ ਜਾਰੀ ਰਹੂਗੀ। ਅਸੀਂ ਜੰਗ ਜਿੱਤਾਂਗੇ। ਤੁਸੀਂ ਦੇਖੋ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਇਆ, ਲੋਕ ਹਮੇਸ਼ਾ ਜਿੱਤੇ ਆ। ਬਿਲਕੁਲ, ਜਦੋਂ ਲੋਕ ਇਕੱਠੇ ਹੁੰਦੇ ਆ, ਚਾਹੇ ਉਹ ਰਸ਼ੀਆ ਦੀ ਉਦਾਹਰਨ ਲੈ ਲਈਏ, ਚਾਈਨਾ ਦੀ ਲੈ ਲਈਏ, ਅਮਰੀਕਾ ਦੀ ਉਦਾਹਰਨ ਲੈ ਲਈਏ, ਜਦੋਂ 8 ਘੰਟੇ ਦੀ ਦਿਹਾੜੀ ਲਾਗੂ ਹੋਈ ਆ 1886 ਦੇ ਵਿੱਚ, ਲੋਕ ਲੜੇ ਤਾਂ ਹੋਈ ਆ, ਕਿਸੇ ਨੇ ਪਰੋਸ ਕੇ ਤਾਂ ਦਿੱਤਾ ਨਹੀਂ। ਜਿਹੜੇ ਅੱਜ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨ ਆ, ਸਾਡੇ ਵੀਰ ਆ, ਸਾਡੇ ਭਰਾ 8 ਘੰਟੇ ਦੀ ਦਿਹਾੜੀ ਲੈ ਰਹੇ ਆ, ਸ਼ਨੀਚਰਵਾਰ ਦੀ ਡਬਲ ਦਿਹਾੜੀ ਲੈ ਰਹੇ ਆ, ਓਵਰ ਟਾਈਮ ਲੈ ਰਹੇ ਆ, ਉਹ ਸਾਡੇ ਲੋਕ ਅਮਰੀਕਾ 'ਚ ਲੜੇ ਆ। ਉਹਨੇ ਮਤਲਬ ਆਪਣੀਆਂ ਜਾਨਾਂ ਦਿੱਤੀਆਂ, ਕੁਰਬਾਨ ਕੀਤੀਆਂ। ਸ਼ਿਕਾਗੋ ਦੇ ਵਿੱਚ 1886 ਨੂੰ ਮਈ ਦਿਵਸ ਦੇ ਵਿੱਚ ਉਹਨੇ ਪ੍ਰੋਟੈਸਟ ਕੀਤਾ, ਜਿਹਦੇ ਵਿੱਚ ਲਾਠੀਆਂ ਗੋਲੀਆਂ ਸਰਕਾਰ ਨੇ ਚਲਾਈਆਂ, ਸ਼ਹਾਦਤਾਂ ਹੋਈਆਂ, ਜਿਹਦੇ ਵਿੱਚ ਲੋਕ ਟਸ ਤੋਂ ਮਾਸਰੀ ਸਾਡੇ ਅੱਗੇ ਲੜਦੇ ਰਹੇ। ਤੇ ਉਹ ਫਿਰ ਆਪਣੀ ਜਿੱਤ ਜਿਹੜੀ 8 ਘੰਟੇ ਦੀ ਦਿਹਾੜੀ, ਜਿਹਦੇ ਵਿੱਚ ਓਵਰ ਟਾਈਮ 2 ਦਿਨ ਦੀ ਛੁੱਟੀ, ਜਿਹੜੀ ਮਜ਼ਦੂਰਾਂ ਨੂੰ ਕਦੇ ਹੁੰਦੀ ਨਾ ਸੀ, ਉਹ ਲੈਣ 'ਚ ਕਾਮਯਾਬ ਹੋਇਆ। ਇੱਦਾਂ ਹੀ ਅੱਜ ਸਾਡਾ ਵੀ, ਸਾਨੂੰ ਜਿੱਥੇ ਅੱਜ ਮੈਂ ਜਿੱਤ ਦਾ ਸਿਹਰਾ, ਇਹ ਜਿਹੜੀ ਜਿੱਤ ਹੋਈ ਸਾਡੀ, ਇਹ ਜਿਹੜੇ ਸਾਡੇ 700 ਤੋਂ ਉੱਪਰ ਕਿਸਾਨ ਸ਼ਹੀਦ ਹੋਇਆ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿੱਤ ਦਾ ਸਿਹਰਾ ਦੇਣਾ ਚਾਹੁੰਦਾ। ਦੂਜਾ ਜਿੱਤ ਦਾ ਸਿਹਰਾ ਮੈਂ ਮਤਲਬ ਜਿਹੜੇ ਲੋਕ ਆ, ਠੀਕ ਹੈ, ਲੋਕ ਤੱਕ ਸਭ ਤੋਂ ਵੱਡੀ ਆ, ਉਹਨਾਂ ਦਾ ਆ। ਤੀਜਾ ਜਿਹੜਾ ਤੀਜੇ ਨੰਬਰ ਤੇ ਮੈਂ ਰੱਖਦਾ ਆਪਣੀ ਸੋਚ ਮੁਤਾਬਕ, ਸਾਡੀ ਜਿਹੜੀ ਸਿਆਣੀ ਲੀਡਰਸ਼ਿਪ ਆ, ਸੰਯੁਕਤ ਮੋਰਚੇ ਦੀ ਲੀਡਰਸ਼ਿਪ ਆ, ਤੀਜਾ ਸਿਹਰਾ ਇਹਨਾਂ ਨੂੰ ਜਾਂਦਾ। ਇਸ ਕਰਕੇ ਹੀ ਸਮਝਦੇ ਆ ਵੀ ਸਿਆਣੀ ਲੀਡਰਸ਼ਿਪ, ਪੜ੍ਹੀ ਲੀਡਰਸ਼ਿਪ। ਕਿਸੇ ਟਾਈਮ ਸਾਨੂੰ ਇਹ ਕਿਹਾ ਸੀ ਵੀ ਅਨਪੜ੍ਹ ਲੀਡਰ ਆ। ਸਾਡੀਆਂ ਜਥੇਬੰਦੀਆਂ 'ਚ ਪੜ੍ਹੇ ਲਿਖੇ, ਸਾਡੀ ਜਥੇਬੰਦੀ 'ਚ 2 ਮੁੰਡੇ ਵਕੀਲ ਆ, 1 PhD ਆ, ਬਹੁਤ ਸਾਰੇ ਮੁੰਡੇ ਸਾਡੇ ਮਤਲਬ ਜਿਹੜੇ ਪੜ੍ਹੇ ਲਿਖੇ ਆ ਯੂਥ ਦੇ ਵਿੱਚ। ਤੇ ਉਹ ਨਹੀਂ, ਤੁਸੀਂ ਦੇਖੋ ਪੜ੍ਹੀ ਲਿਖੀ ਲੀਡਰਸ਼ਿਪ ਨੇ, ਤੇ ਉਹਨਾਂ ਨੇ ਸਰਕਾਰ ਦੀਆਂ 11 ਮੀਟਿੰਗਾਂ 'ਚ ਗੋਲੀਆਂ ਲਵਾਤੀ ਹੈ। ਸਰਕਾਰ ਨੂੰ ਇੱਕ ਗੱਲ ਨਹੀਂ ਆਉਣ ਦਿੱਤੀ, ਜਿਹੜੀ ਸਰਕਾਰ ਮਜਬੂਰ ਹੋ ਗਈ ਵੀ ਤੁਸੀਂ ਸੋਧਾ ਕਰਾ ਲਓ ਬਈ। ਇਹਦਾ ਮਤਲਬ ਕਾਨੂੰਨ ਮਾੜੇ ਸੀ ਤਾਂ ਸੋਧਾ ਨੂੰ ਮੰਨਦਾ ਸੀ। ਜੇ ਪਹਿਲਾਂ ਉਹ ਸਾਨੂੰ ਸਮਝਾ ਹੀ ਨਹੀਂ ਸਕੇ, ਉਹ ਜੋ ਮਰਜ਼ੀ ਮਤਲਬ ਕਰੀ ਜਾਣ, ਜਿੱਦਾਂ ਮਰਜ਼ੀ ਉਹ ਡਰਾਮਾ ਕਰੀ ਜਾਣ। ਤੇ ਅੱਜ ਜਿਹੜੀ ਲੋਕ ਤਾਕਤ ਹੈ, ਲੋਕਾਂ ਦੀ ਜਿੱਤ ਹੋਈ ਆ ਔਰ ਅੱਗੇ ਵੀ ਹੋਏਗੀ। ਅਸੀਂ ਇਹ ਗਰੰਟੀ ਨਾਲ ਕਹਿ ਸਕਦੇ ਹਾਂ। ਬਹੁਤ ਸਾਰੇ ਲੋਕ ਅੱਜ ਵੀ ਮਤਲਬ ਗਏ ਤਾਂ ਮੇਰਾ ਖਿਆਲ ਬਈ ਤੁਸੀਂ 380 ਦਿਨ ਦੀ ਗੱਲ ਕਰਦੇ, ਮੋਰਚਾ ਲੱਗਾ ਜੀ, ਤੇ 60 ਦਿਨ ਅਸੀਂ ਇੱਥੇ ਵੀ ਰਹੇ ਆ ਟੂਲ ਪਲਾਜ਼ਾ ਦੇ ਵਿੱਚ। 60 ਦਿਨਾਂ 'ਚ ਮੈਂ ਇੱਕ ਦਿਨ ਵੀ ਘਰ ਨਹੀਂ ਆਇਆ। ਮਤਲਬ ਜੇ ਕਿਤੇ ਆਉਣਾ ਤਾਂ 5-6 ਦਿਨ ਆਪਣੇ ਕੱਪੜੇ ਲੈਣ ਆਉਣਾ, ਤੇ ਆਪਣੇ ਕੱਪੜੇ ਲੈ ਕੇ ਫਿਰ ਉੱਥੇ ਮੋਰਚੇ ਚੱਲ ਜਾਣਾ ਜੀ। ਤੇ ਇੱਥੇ ਵੀ 60 ਦਿਨ ਰਹੇ ਆ ਔਰ ਲਗਾਤਾਰ ਦਿੱਲੀ ਦੇ ਵਿੱਚ ਵੀ ਜੇ ਸਾਡਾ ਦੇਖਿਆ ਜਾਵੇ, ਤੇ ਅਸੀਂ ਜਦੋਂ ਬਿਮਾਰ ਹੋਇਆ ਉਦੋਂ ਮੈਂ 15 ਦਿਨ ਆਇਆ। ਤੇ ਜਾਂ ਮੈਂ ਮਤਲਬ ਵਿੱਚ ਕਿਤੇ ਕੋਈ ਜਦੋਂ ਪੰਜਾਬ ਬੰਦ ਦਾ ਸੱਦਾ ਆਉਂਦਾ ਸੀ, ਜਾਂ ਕਿਤੇ ਰੇਲਾਂ ਜਾਮ ਕਰਦਾ, ਉਦੋਂ ਮੈਂ 1-2 ਦਿਨ ਵਿੱਚ ਆਉਂਦਾ ਰਿਹਾ। ਨਹੀਂ ਤਾਂ ਮੇਰੀ ਜ਼ਿਆਦਾ ਡਿਊਟੀ ਉਹ ਵੀ ਅਸੀਂ ਬਦਲ ਕੇ ਆਉਂਦੇ ਰਹੇ ਆ। ਇੱਕ ਸਾਥੀ ਸਾਡਾ ਉੱਥੇ ਰਹਿੰਦਾ ਸੀ, ਅਮਰੀਕ ਸਿੰਘ, ਜਾਂ ਮੈਂ ਉੱਥੇ ਰਹਿੰਦਾ ਜਾਓ, ਕਿਉਂਕਿ ਮੇਨ ਡਿਊਟੀ ਕੈਸ਼ ਤੇ ਜਿਹੜੀ ਜ਼ਿੰਮੇਵਾਰੀ ਬਹੁਤ ਆ, ਤੇ ਮਤਲਬ ਉਹ ਸਾਰਾ ਹੈਗਾ ਵੀ ਉਹ ਸਾਡੀ ਜ਼ਿੰਮੇਵਾਰੀ ਬਣਦੀ, ਅਸੀਂ ਇਮਾਨਦਾਰੀ ਨਾਲ ਨਿਭਾਈ ਆ। ਤੇ ਸਾਡੀ ਤੁਸੀਂ ਦੇਖੋ ਵੀ ਕਿੱਡਾ ਵੱਡਾ ਸਾਨੂੰ ਮਾਣ ਦਿੱਤਾ। 550 ਕਿਸਾਨ ਜਥੇਬੰਦੀ ਉਹਦੇ ਵਿੱਚ ਜੀ, ਤੇ ਕੈਸ਼ੀਅਰ ਅਸੀਂ ਲੱਭੇ ਉਹਨਾਂ ਨੂੰ ਜੀ। ਇਹਦਾ ਮਤਲਬ ਸਾਡੇ 'ਚ ਕੋਈ ਸੀਗਾ। ਅਸੀਂ ਆਪਣਾ ਬਹੁਤ ਸਾਰੇ ਲੋਕਾਂ ਸਾਡੇ ਤੇ ਦੋਸ਼ ਲਾਏ, ਕਾਮਰੇਡ ਪੈਸੇ ਖਾ ਕੇ ਭੱਜ ਜਾਂਦੇ ਆ ਜੀ। ਬਹੁਤ ਸਾਰੇ, ਇੱਕ ਵਾਰੀ ਮੈਂ ਉਹ ਸਾਨੂੰ ਗੱਲ 'ਚ, ਤੇ ਸਾਡੇ ਕੈਨੇਡਾ ਵਾਲੇ ਵੀਰਾਂ ਨੇ 6 ਲੱਖ ਰੁਪਈਆ ਇਕੱਠਾ ਕਰਕੇ ਭੇਜਿਆ ਜੀ। ਹੁਣ ਅਸੀਂ ਮਤਲਬ ਉਹ ਸਟੇਜ ਤੇ ਪੈਸੇ ਫੜਨੇ ਆ, ਮੇਰੀ ਡਿਊਟੀ ਲੱਗੇ ਵੀ ਮੈਂ ਸਟੇਜ ਤੇ ਜਾ ਕੇ ਪੈਸੇ ਫੜ। ਉਹ ਕਈਆਂ ਨੇ ਕਮੈਂਟ ਥੱਲੇ ਪਾਤੇ, ਲੈ ਵੀ ਕਾਮਰੇਡ ਪੈਸੇ ਲੈ ਕੇ ਭੱਜ ਗਿਆ ਜੀ। ਅੱਛਾ ਜੀ, ਪੈਸੇ ਲੈ ਕੇ ਭੱਜ ਗਿਆ ਜੀ। ਉਹ ਬੜੇ ਕਮੈਂਟ ਆਏ, ਬੜੀਆਂ ਲੋਕਾਂ ਨੇ ਗਾਲਾਂ ਕੱਢੀਆਂ। ਚਲੋ ਭਲਾ ਹੋਵੇ ਉਹਨਾਂ ਦਾ ਵੀ ਗਾਲਾਂ ਕੱਢਣ ਵਾਲਾ, ਕਿਉਂਕਿ ਉਹਨਾਂ ਦੀ ਡਿਊਟੀ ਇਦਾਂ ਦੀ ਲੱਗੀ ਆ ਵੀ ਇਹਨਾਂ ਨੂੰ ਜਥੇਬੰਦੀਆਂ ਨੂੰ, ਕਿਉਂਕਿ ਸਿਆਸੀ ਪਾਰਟੀਆਂ ਦੇ ਲੀਡਰ ਆ ਜਿਹੜੇ ਝੋਲੀ ਚੁੱਕਿਆ। ਹੁਣ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ ਜੀ, ਬਹੁਤ ਸਾਰੇ ਸਿਆਸੀ ਲੀਡਰ ਆ ਜਿਹੜੇ ਮਤਲਬ 2 ਰਾਤਾਂ ਨਹੀਂ ਉੱਥੇ ਜਾ ਕੇ ਰਹੇ। ਉਹ ਅੱਜ ਉਹ ਬੜੇ ਟਰੈਕਟਰ ਮਾਰਚ ਕਰਨ ਲੱਗੇ ਆ, ਕਿਤੇ ਕੁਛ ਕਰਨ ਲੱਗੇ ਆ, ਕਿਤੇ ਕੁਛ। ਇਸ ਕਰਕੇ ਚਲੋ ਕੋਈ ਗੱਲ ਨਹੀਂ, ਵੀ ਦੇਰ ਆਏ ਦਰੁਸਤ ਆਏ। ਹੌਲੀ ਹੌਲੀ ਸਭ ਕੁਝ ਨੇਰ ਚਾਨਣ ਲੋਕਾਂ ਦੇ ਸਾਹਮਣੇ ਆ ਜਾਣਾ। ਮੋਰਚੇ ਨੇ ਬੜਾ ਕੁਝ ਲਿਆਂਦਾ, ਤੇ ਆਪੇ ਹੀ ਜਿੱਦਾਂ ਕਹਿੰਦੇ ਹੁੰਦੇ ਆ
ਹਮੇਸ਼ਾ ਜਿਹੜੀ ਜਿੱਤ ਆ ਉਸ ਚਾਹੀਦੀ ਹੋਣੀ ਆ। ਇਹ ਪਾਰਟੀਆਂ ਨੇ ਬਥੇਰਾ ਚਿਰ ਲੋਕਾਂ ਨੂੰ ਲੁੱਟ ਲਿਆ, ਕੁੱਟ ਲਿਆ। ਤੁਸੀਂ ਦੇਖੋ, ਆਪਾਂ ਦੇਖਦੇ ਹਾਂ, ਇੱਕ ਸਵਾਲ ਲੈ ਲੈਂਦੇ ਹਾਂ। ਦੋਸਤੋ ਦੇਖੋ, ਕਾਂਡ ਸਾਹਿਬ ਉਹਨਾਂ ਨੇ ਬਹੁਤ ਵਿਸਥਾਰ ਨਾਲ ਅੰਦੋਲਨ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਤਜਰਬੇ ਹੋਇਆ ਉਹਦੇ ਬਾਰੇ ਤੁਹਾਨੂੰ ਦੱਸਿਆ ਕਿ ਇਹਨਾਂ ਕੋਲ ਬੜੀ ਵੱਡੀ ਜ਼ਿੰਮੇਵਾਰੀ ਸੀ ਕੈਸ਼ ਦੀ। ਕੈਸ਼ ਜਿਵੇਂ ਸਟੇਜ 'ਤੇ ਲੈਂਦੇ ਸੀ ਤਾਂ ਉਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਕੈਸ਼ ਲਿਆ ਜਾਂਦਾ ਸੀ। ਕਾਂਡ ਜੀ, ਇਹ ਤਾਂ ਲੋਕਾਂ ਦਾ, ਆਪਾਂ ਅਕਸਰ ਬਾਬੇ ਨਾਨਕ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ, ਆਪਾਂ ਕਿਹਦੇ ਪਾਣੀ ਹਾਰਿਆ। ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ, ਸਾਨੂੰ ਮਾਣ ਹੈ ਕਿ ਬਿਲਗੇ ਦੇ ਹਿੱਸੇ ਇਹ ਜ਼ਿੰਮੇਵਾਰੀ ਆਈ ਕਿ ਜਿਹੜੀ SKM ਦੀ ਸਟੇਜ ਆ ਉਹਦੀ ਕੈਸ਼ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਤੁਹਾਡੇ ਹਿੱਸੇ ਆਈ। ਹੁਣ ਅਸੀਂ ਇਹ ਤੁਹਾਤੋਂ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਜਿਹੜੀ ਆ ਉਹ ਵਿਸ਼ਵ ਭਰ ਵਿੱਚ ਇਸ ਗੱਲ ਲਈ ਜਾਣੀ ਜਾਂਦੀ ਆ ਕਿ ਮੋਦੀ ਜਿਹੜਾ ਫੈਸਲਾ ਲੈਂਦਾ ਉਹ ਵਾਪਸ ਨਹੀਂ ਪੈਰ ਪੜਦਾ, ਪਰ ਤੁਸੀਂ 1 ਸਾਲ ਦੇ ਵਿੱਚ ਉਹਨੂੰ ਮਜਬੂਰ ਕਰ ਦਿੱਤਾ, ਫੈਸਲਾ ਕੀਤਾ ਵਾਪਸ ਲੈਣ ਲਈ। ਤਾਂ ਪੰਜਾਬ ਦੇ ਅੰਦਰ ਜਿਹੜੀ ਆ 2022 'ਚ ਇਲੈਕਸ਼ਨ ਹੋਣ ਜਾ ਰਹੀ ਆ, ਨੇੜੇ ਹੀ ਆ। ਇਹ ਜਿਹੜਾ 32 ਜਥੇਬੰਦੀਆਂ ਦਾ ਇੱਕ ਸੰਯੁਕਤ ਮੋਰਚਾ ਬਣਿਆ ਸੀ, ਲੋਕਾਂ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਆਉਣ ਵਾਲੀ ਚੁਣੀ ਜਾਂਦੀ ਜਿਹੜੀ ਸਰਕਾਰ ਆ ਉੱਤੇ ਤੁਹਾਡਾ ਪ੍ਰੈਸ਼ਰ ਰਹੂਗਾ ਔਰ ਲੋਕਾਂ ਦੇ ਹੱਕਾਂ ਦੀ ਜਿਹੜੀ ਲੜਾਈ ਆ ਅਗਰ ਇਕੱਠੇ ਹੋ ਕੇ ਲੜਨੀ ਪਈ, ਜਿਸ ਤਰ੍ਹਾਂ ਕਿਸਾਨ ਤੇ ਮਜ਼ਦੂਰ ਨੂੰ ਇੱਥੇ ਵੀ ਜਿਹੜੇ ਵਾਅਦੇ ਕਰਕੇ ਸਰਕਾਰਾਂ ਮੌਕੇ ਦੀਆਂ ਮੁੱਕਰਦੀਆਂ ਰਹੀਆਂ ਆ, ਜਾਂ ਤੁਸੀਂ ਬਹੁਤ ਲੰਮੀ ਲੜਾਈ ਲੜਦੇ ਰਹੇ ਆ 5-5 ਮਾਲੇ ਦੇ ਪਲਾਟਾਂ ਦੀ, ਇਸ ਵਾਰ ਵੀ ਸਰਕਾਰ ਨੇ, ਕੈਪਟਨ ਸਰਕਾਰ ਨੇ 5-5 ਮਾਲੇ ਦੇ ਕੇ ਦੇਣ ਦਾ ਐਲਾਨ ਕੀਤਾ, ਪਰ ਅਜੇ ਲੱਗਦਾ ਨਹੀਂ ਵੀ ਕਿਧਰੇ ਵੀ ਅਜਿਹਾ ਕੁਝ ਹੋਇਆ ਹੋਵੇਗਾ। ਇਹਦੇ ਬਾਰੇ ਦੱਸਿਓਗੇ, ਆਉਣ ਵੇਲੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਲੜਾਈ ਜਿਹੜੀ ਲੜਨੀ ਆ ਪਹਿਲਾਂ ਨਾਲੋਂ ਸੌਖੀ ਹੋਵੇਗੀ? ਇੱਕ ਤਾਂ ਅਸੀਂ ਇਹ 'ਚ ਕਾਮਯਾਬ ਰਹੇ ਆ ਜੀ। ਬਹੁਤ ਸਾਰੀਆਂ ਕੋਸ਼ਿਸ਼ਾਂ ਸਰਕਾਰ ਨੇ ਕੀਤੀਆਂ ਵੀ ਸੰਯੁਕਤ ਮੋਰਚਾ ਤੋੜਿਆ ਜਾਵੇ ਜੀ, ਪਰ ਸਾਡੀ ਸਿਆਣੀ ਲੀਡਰਸ਼ਿਪ ਇਸ ਗੱਲ 'ਚ ਕਾਮਯਾਬ ਰਹੀ ਆ ਵੀ ਅਸੀਂ ਮੋਰਚੇ ਨੂੰ ਇਕਮੁੱਠ ਰੱਖਿਆ। ਠੀਕ ਹੈ। ਦੂਜਾ, ਸਾਡਾ ਪੰਜਾਬ ਦੇ ਵਿੱਚ ਅਸੀਂ 32 ਕਿਸਾਨ ਜਥੇਬੰਦੀਆਂ ਦੇ ਏਕਾ ਬਣਾ ਕੇ ਰੱਖਿਆ ਵੀ ਮਤਲਬ ਜਿਹੜਾ ਇਹ ਏਕਾ ਹੀ ਸਾਡਾ ਜਿਹੜਾ ਸਰਕਾਰ ਨੂੰ ਝੁਕਾ ਸਕਦਾ, ਅਸੀਂ ਉਹਦੇ 'ਚ ਵੀ ਕਾਮਯਾਬ ਰਹੇ ਆ। ਤੇ ਅਸੀਂ ਇੱਕ ਵੀ ਜਥੇਬੰਦੀ ਆਪਣੀਆਂ 32 ਚੋਂ ਬਾਹਰ ਨਹੀਂ ਜਾਣ ਦਿੱਤੀ, ਚਾਹੇ ਉਹ ਛੋਟੀਆਂ ਜਥੇਬੰਦੀਆਂ ਚਾਹੇ ਉਹ ਬੜੀਆਂ ਜਥੇਬੰਦੀਆਂ, ਤੇ ਅਸੀਂ ਰਲ ਕੇ ਸਾਰਿਆਂ ਨੇ ਲੜਾਈ ਲੜੀ ਆ। ਇਸ ਕਰਕੇ ਹੁੰਦਾ ਵੀ ਹੁਣ ਕਬੱਡੀ ਦੀ ਟੀਮ ਦੇ ਵਿੱਚ ਸਾਰੇ ਨਹੀਂ ਬਰਾਬਰ ਦੇ ਹੁੰਦੇ ਜੀ। ਕੁਝ ਦੇਖੋ ਨਾਲ ਖੜਨ ਵਾਲੇ ਹੁੰਦੇ ਆ ਜੀ, ਹਾਂਜੀ, ਸਾਡੇ ਹਰਗੇ ਨਾਲ ਖੜਨ ਵਾਲੇ ਹੁੰਦੇ, ਕੁਝ ਚੰਗੇ 2 ਪਲੇਅਰ ਹੁੰਦੇ ਆ, ਕੋਈ ਰੇਡ ਪਾਉਣ ਵਾਲਾ ਹੁੰਦਾ ਜੀ, ਕੋਈ ਸਟਾਪ ਕਰਨ ਵਾਲਾ ਹੁੰਦਾ, ਤੇ ਸਾਰੇ ਜੇ ਕੋ 8 ਦੇ 8 ਪਲੇਅਰ, ਮੇਰਾ ਖਿਆਲ ਵੀ ਸ਼ਾਇਦ ਹੋ ਸਕਦਾ ਕੋਈ ਕਿਸੇ ਕਬੱਡੀ ਦੀ ਟੀਮ 'ਚ 8 ਦੇ 8 ਬਰਾਬਰ ਹੋਣਗੇ, ਨਹੀਂ ਤਾਂ ਨਹੀਂ ਹੁੰਦੇ ਜੀ। ਇਸ ਕਰਕੇ ਸੀਗਾ ਵੀ ਸਾਡੀ ਜਿਹੜਾ ਇਹ ਗੁਲਦਸਤਾ ਬਣਿਆ ਸੀ, ਬਹੁਤ ਸਾਰੇ ਸਾਨੂੰ ਲੋਕਾਂ ਨੇ ਇਹ ਵੀ ਸਵਾਲ ਕੀਤੇ ਵੀ ਮਤਲਬ ਇੱਕ ਜਥੇਬੰਦੀ ਕਿਉਂ ਨਹੀਂ? ਜੇ ਭਰਾਵੋ ਇੱਕ ਜਥੇਬੰਦੀ ਹੁੰਦੀ ਤੇ ਅੱਜ ਨੂੰ ਇਹ ਮੋਰਚਾ ਜਿੱਤਦਾ ਨਾ। ਸਹੀ ਹੈ, ਇਹ ਮੋਰਚਾ ਜਿੱਤਿਆ ਹੀ ਤਾਂ ਆ, ਇੱਕ ਜਥੇਬੰਦੀਆਂ ਦਾ ਗੁਲਦਸਤਾ ਸੀ, ਲਾਲ ਪੀਲੇ ਹਰੇ ਨੀਲੇ, ਇੱਕ ਗੁਲਦਸਤਾ ਹੀ ਤਾਂ ਬਣਦਾ ਜੇ ਉਹਦੇ ਭਾਂਤ ਦੇ ਫੁੱਲ ਆ ਤਾਂ। ਬਿਲਕੁਲ। ਇਸ ਕਰਕੇ ਅਸੀਂ ਇਹਨੂੰ ਜਿੱਤ ਦੇ ਵਿੱਚ ਲੈ ਕੇ ਗਏ। ਬੜਾ ਸਾਨੂੰ ਭੰਡਿਆ ਵੀ ਇੱਥੇ ਹਰਜੀਤ ਗਰੇਵਾਲ ਇਹ ਬਕਵਾਸ ਕਰਦਾ ਰਿਹਾ ਵੀ ਮਤਲਬ ਕਾਮਰੇਡਾਂ ਨੂੰ ਬਾਹਰ ਕੱਢ ਦਿਓ ਜੀ, ਵੀ ਮਤਲਬ ਸਾਨੂੰ ਕੀ ਕੁਛ ਨਹੀਂ ਕਿਹਾ, ਨਕਸਲੀ, ਮੋਹਬਾਦੀਏ, ਅੱਤਵਾਦੀਏ, ਕੀ ਕੁਛ ਨਹੀਂ ਸਰਕਾਰ ਨੇ ਕਿਹਾ, ਇਹਨਾਂ ਨੇ ਸਾਨੂੰ ਮਤਲਬ ਇਸ ਕਰਕੇ ਸਾਰਾ ਕੁਝ ਪਿੰਡੇ ਤੇ ਚੱਲਿਆ ਵੀ ਮਤਲਬ ਫੈਸਲਾ ਹੋ ਜੂ ਜੀ, ਇਹਨਾਂ ਨੂੰ ਬਾਹਰ ਕੱਢ ਦਿਓ, ਇਹ ਪੌੜੇ ਦੀ ਜੜ੍ਹ ਫੈਸਲਾ ਨਹੀਂ ਹੋਣ ਦਿੰਦੇ ਜੀ। ਉਹਨੂੰ ਇਹ ਸੀਗਾ ਵੀ ਉਹ ਸਾਡੇ ਬਾਰੇ ਜਾਣਦੇ ਆ ਵੀ ਮਤਲਬ ਫੈਸਲਾ ਕਾਹਤੇ ਨਹੀਂ ਹੋਣ। ਅਸੀਂ ਮਤਲਬ ਇਹ ਚਾਹੁੰਦੇ ਆ ਵੀ ਮਤਲਬ ਇੱਦਾਂ ਵੀ ਜਦੋਂ ਬੰਦੇ ਇਕੱਲੇ ਇਕੱਲੇ ਹੋ ਜਾਂਦੇ, ਖਿਲਾਰਨਾ ਥੋੜ੍ਹਾ ਜਿਹਾ ਔਖਾ ਆ। ਹੁਣ ਇਹਨਾਂ ਨੂੰ ਇਹ ਪਤਾ ਵੀ ਇਹ ਮਤਲਬ ਜਿਹੜੇ ਆ ਲੋਕ ਇਹ ਪੂਰੇ ਭਾਰਤ ਦੇ ਵਿੱਚ ਬੈਠੇ ਆ, ਚਾਹੇ ਥੋੜ੍ਹੇ ਚਾਹੇ ਵਾਲੇ ਆ, ਕਾਂਗਰਸਾਂ ਦੀਆਂ ਜਥੇਬੰਦੀਆਂ ਪੂਰੇ ਭਾਰਤ ਦੇ ਵਿੱਚ ਆ, ਉਹ ਲੜਦੀਆਂ ਵੀ ਆ ਜੀ। ਇਸ ਕਰਕੇ ਮਤਲਬ ਇਹ ਲੋਕ ਇਹ ਸ਼ੈਤਾਨੀ ਮਾਰਦੇ ਸੀ। ਅਸੀਂ ਸਮਝਦੇ ਸੀ ਵੀ ਇਹ ਸਾਡੇ ਕਿਸਾਨਾਂ ਦੀ, ਮਿਹਨਤੀ ਲੋਕਾਂ ਦੀ ਲੜਾਈ ਆ, ਇਹਨੂੰ ਅਸੀਂ ਅੱਗੇ ਲੈ ਕੇ ਜਾਣਾ। ਅਸੀਂ ਆਪਣੀ ਕਾਮਰੇਡੀ ਪਿੱਛੇ ਛੱਡ ਕੇ, ਅਸੀਂ ਆਪਣੀ ਲਾਈਨ ਪਿੱਛੇ ਛੱਡ ਕੇ ਅਸੀਂ ਕਿਸਾਨਾਂ ਦੇ ਸਿਰਫ ਖੇਤੀ ਕਾਨੂੰਨਾਂ ਲਈ ਗਏ ਸੀ। ਉਹ ਖੇਤੀ ਕਾਨੂੰਨਾਂ ਦਾ ਇਹ ਵੀ ਕਿਹਾ ਸੀਗਾ ਵੀ ਜਿੰਨਾ ਚਿਰ ਖੇਤੀ ਕਾਨੂੰਨ ਆ, ਬਿਜਲੀ ਬਿੱਲ 2020 ਆ ਜੀ, ਮਤਲਬ ਪਰਾਲੀ ਵਾਲਾ, ਤੁਸੀਂ ਦੇਖੋ ਵੀ ਸਰਕਾਰ ਦੀ ਮਤਲਬ ਹੱਦ ਹੋ ਗਈ ਯਾਰ ਜੀ, ਵੀ ਸਾਡੇ ਕਿਸਾਨਾਂ ਤੇ ਵੀ 5 ਸਾਲ ਦੀ ਸਜ਼ਾ ਰੱਖ ਦਿੱਤੀ ਜੀ, 1 ਕਰੋੜ ਰੁਪਇਆ ਜੁਰਮਾਨਾ ਰੱਖਦਾ ਵੀ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਜੀ। ਹੈਰਾਨੀ ਵਾਲੀ ਗੱਲ ਆ ਵੀ ਖੱਤੇ ਤਾਂ ਸਾਡੇ ਕੋਲ 2.5 3 ਕਿਸਾਨਾਂ ਕੋਲ, ਇੰਨੇ ਦੀ ਸਾਡੀ ਜ਼ਮੀਨ ਵੀ ਨਹੀਂ ਹੈ ਵੀ ਜਿਹੜਾ 1 ਕਰੋੜ ਦਾ ਜੁਰਮਾਨਾ ਰੱਖ ਦਿੱਤਾ ਜੀ।
ਹੁਣ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਅਸੀਂ ਗੱਲ ਪਹਿਲਾਂ ਸਾਹਮਣੇ ਕਹਿ ਰਿਹਾ ਸੀ ਵੀ ਅਸੀਂ ਲੋਕ ਪਹਿਲਾਂ ਕਹਿੰਦੇ ਸੀ ਤਾਂ ਸੁਪਰੀਮ ਕੋਰਟ ਨੂੰ ਹੁਣ ਚੇਤਾ ਆਇਆ ਵੀ ਉਹਨੇ ਹੁਣ ਫੈਸਲਾ ਕੀਤਾ ਵੀ ਕਿਸਾਨਾਂ ਦਾ ਜਿਹੜਾ ਇੰਨਾ ਪ੍ਰਦੂਸ਼ਣ ਨਹੀਂ ਹੈ ਜਿੰਨਾ ਫੈਕਟਰੀਆਂ ਦਾ ਆ, ਜਿੰਨਾ ਹੋਰ ਚੀਜ਼ਾਂ ਦਾ ਆ। ਵੀ ਕਿਸਾਨਾਂ ਦਾ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਵੀ ਕਿਸਾਨਾਂ ਦਾ ਸਿਰਫ 8% ਪ੍ਰਦੂਸ਼ਣ ਆ, ਉਹ ਵੀ ਫਿਰ ਸੀਜ਼ਨ ਤੇ ਹੁੰਦਾ। ਠੀਕ ਹੈ, ਬਾਕੀ ਦਿਨ ਤਾਂ ਅਸੀਂ ਹਰਿਆਲੀ ਵੰਡਦੇ ਆ। ਜੇ ਅਸੀਂ ਫਸਲਾਂ ਬੀਜਦੇ ਉਹਨਾਂ ਦੀ ਵੀ ਹਰਿਆਲੀ ਆ। ਜੇ ਮਤਲਬ ਅਸੀਂ ਕੋਈ ਆਪਣਾ ਕੰਮ ਕਰਦੇ ਆ, ਹੁਣ ਬੂਟੇ ਲਾਉਨੇ ਆ, ਕੋਈ ਹੋਰ ਕੰਮ ਕਰਦੇ ਆ, ਤੁਸੀਂ ਵੀ ਬੂਟੇ ਬਹੁਤ ਸਾਰੇ ਲਾਏ ਆ। ਹੁਣ ਇਹ ਸਰਕਾਰਾਂ ਦੀ ਨਕੰਮੀ ਆ ਨਾ। ਹੁਣ ਤੁਸੀਂ ਆਹ ਸੜਕ ਬਣ ਲੱਗੀ ਆਪਣੀ ਨਕੋਦਰ ਵਾਲੀ ਜੀ, ਕਿੰਨੇ ਸਫੈਦੇ ਪੱਟ ਮਾਰੇ, ਲੱਖਾਂ ਦੇ ਹਿਸਾਬ ਨਾਲ ਸਫੈਦਾ ਪੱਟ ਕੇ ਮਾਰਿਆ ਜੀ। ਤੇ ਤੁਸੀਂ ਇੱਥੇ ਲਾਈ ਜਾਂਦੇ ਆ ਵੀ ਹਰਿਆਲੀ ਅਸੀਂ ਪ੍ਰਦੂਸ਼ਣ ਰਹਿਤ ਬਣਾਉਣ। ਜਦੋਂ ਸਰਕਾਰਾਂ ਬੇਈਮਾਨ ਆ ਜੀ ਤੇ ਇਹਨਾਂ ਨੇ ਕੋਈ ਉਹਦਾ ਦੇਖਣਾ ਹੀ ਨਹੀਂ। ਹੁਣ ਤੁਸੀਂ ਦੇਖੋ ਆਹ ਸੜਕ ਆਪਣੇ ਲੜਾਈ ਤਾਂ ਹਲੇ ਸਾਡੇ ਗੱਲ ਖੜੀ ਆ ਵੀ ਆ ਲਾਗੇ ਆ ਖਟੜਾ ਐਕਸਪ੍ਰੈਸ ਆਉਣ ਲੱਗੀ ਆ ਜੰਮੂ ਵਾਲੀ, ਵੀ ਲੜਾਈ ਤਾਂ ਹੁਣ ਉਹ ਸਿਰ ਤੇ ਖੜੀ ਆ ਲੋਕਾਂ ਦੇ। ਫਿਰ ਜੀ ਉਹ ਲੜਾਈ ਜਿਹੜੀ ਲੋਕਾਂ ਦੀਆਂ ਕੋਠੀਆਂ ਟਾਉਣੀਆਂ, ਲੋਕਾਂ ਦੀਆਂ ਜ਼ਮੀਨਾਂ 10 ਫੁੱਟ ਉੱਟੀ ਸੜਕ ਬਣਨੀ, ਉੱਤੇ ਤਾਂ ਸਾਡਾ ਟਰੈਕਟਰ ਵੀ ਨਹੀਂ ਚੜਨਾ, ਕਿਸੇ ਦੀ ਗੱਡੀ ਨਹੀਂ ਚੜਨੀ, ਉੱਤੇ ਵੱਡੇ ਵੱਡੇ ਟਰਾਲੇ ਚੱਲਣੇ ਆ। ਇਸ ਕਰਕੇ ਲੜਾਈ ਸਾਡੇ ਅਸੀਂ ਉਹ ਵੀ ਲੜਨੀ ਆ। ਤੇ ਅਸੀਂ ਜਿਹੜਾ ਮਤਲਬ ਬਹੁਤ ਸਾਰਾ ਜਿੰਨਾ ਚਿਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਲਾਗੂ ਨਹੀਂ ਹੁੰਦੀ, ਜਿੰਨਾ ਚਿਰ ਆਪਣੀ MSP ਤੇ ਗਰੰਟੀ ਨਹੀਂ ਬਣਦੀ, ਅਸੀਂ ਮਤਲਬ ਪਿੱਛੇ ਨਹੀਂ ਹਟਦੇ। ਉਹ ਲੜਾਈ ਅਸੀਂ ਲੜਨੀ ਆ। ਜਿੱਦਾਂ ਮੈਂ ਪਹਿਲਾਂ ਵੀ ਕਹਿ ਹਟਿਆ ਸੀ, ਹੱਲੇ ਜਿਹੜਾ ਧਰਨਾ ਆ ਉਹਨੂੰ ਸਸਪੈਂਡ ਕੀਤਾ, ਖਤਮ ਨਹੀਂ ਕੀਤਾ, ਉਹ ਲੜਾਈ ਜਾਰੀ ਆ। ਤੇ ਅਸੀਂ ਹੁਣ ਆ ਕੇ ਹੁਣ ਪੰਜਾਬ ਸਰਕਾਰ ਦੇ ਦੁਆਲੇ ਹੋਏ ਆ। ਅਸੀਂ ਉੱਥੋਂ ਐਲਾਨ ਕਰਕੇ ਤੁਰੇ ਆ ਵੀ ਹੁਣ ਪੰਜਾਬ ਸਰਕਾਰ ਨਾਲ ਹਿਸਾਬ ਕਿਤਾਬ ਕਰਨਾ ਜਾ ਕੇ ਵੀ ਜਿਹੜੇ ਇਹਨਾਂ ਨੇ ਲੋਕਾਂ ਨਾਲ ਲਾਰੇ ਲਾਏ ਆ, ਚਾਹੇ ਮਜ਼ਦੂਰਾਂ ਨੂੰ ਲਾਏ ਆ, ਚਾਹੇ ਕਿਸਾਨਾਂ ਨੂੰ ਲਾਏ ਆ, ਹੁਣ ਇਹਨੂੰ ਪੁੱਛਣਾ ਜਾ ਕੇ। ਕਿਉਂਕਿ 17 ਤਰੀਕ ਨੂੰ 32 ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋ ਰਹੀ ਆ ਜੀ। ਉਹ 'ਚ ਅਸੀਂ ਇਹ ਮੁੱਦੇ ਉਠਾਉਣੇ ਆ ਤੇ ਦੱਸੋ ਵੀ ਸਾਡਾ ਕਰਜ਼ੇ ਦਾ ਕਿਸਾਨਾਂ ਮਜ਼ਦੂਰਾਂ ਦਾ ਕੀ ਬਣਿਆ, ਜਿਹੜੇ ਤੁਸੀਂ ਚੋਣ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ। ਔਰ ਅਸੀਂ ਇਹ ਵੀ ਕਰਾਂਗੇ ਗੱਲ ਜਥੇਬੰਦੀਆਂ ਦੇ ਵਿੱਚ, ਇਹ ਕਾਨੂੰਨ ਜਿਹੜਾ ਬਣਨਾ ਚਾਹੀਦਾ। ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਪਾਰਟੀਆਂ ਲੋਕਾਂ ਨਾਲ ਫਰਾਡ ਕਰਦੀਆਂ, ਉਹਨਾਂ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਆ। ਠੀਕ ਹੈ, ਤਾਂ ਕਿ ਉਹ ਦੁਬਾਰਾ ਇਲੈਕਸ਼ਨ ਲੜ ਸਕਣ। ਜੇ ਲੋਕਾਂ ਨਾਲ ਫਰਾਡ ਕਰਦੇ ਆ, ਝੂਠੇ ਕਦੇ ਬਾਦਲ ਸਾਹਿਬ ਕਹਿੰਦੇ ਵੀ ਮੈਂ 5 ਮਰਲੇ ਦੇ ਪਲਾਟ ਦਊਂਗਾ, ਕੈਪਟਨ ਸਾਹਿਬ ਕਹਿੰਦੇ ਮੈਂ 10 ਦੇ ਦਊਂਗਾ, ਦੇਣਾ ਲੈਣਾ ਕਿਸੇ ਨੇ ਵੀ ਕੁਛ ਨਹੀਂ। ਬਾਦਲ ਨੇ ਵੀ ਉਦੋਂ ਪਹਿਲਾਂ ਕਿਹਾ ਸੀ ਵੀ ਮੈਂ 10,000 ਰੁਪਇਆ ਪੈਨਸ਼ਨ ਕਰੂੰਗਾ ਜੀ। ਠੀਕ ਹੈ, ਮੈਂ ਸਾਰਿਆਂ ਨੂੰ ਲੈਪਟਾਪ ਲੈ ਕੇ ਦਊਂਗਾ ਜੀ। ਕਿਉਂਕਿ ਸਿਰੇ ਦੇ ਝੂਠੇ ਬੰਦੇ ਆ ਇਹ, ਜਿਨ੍ਹਾਂ ਨੇ ਮਤਲਬ ਸਾਡੀ ਲੜਾਈ ਨਸ਼ਿਆਂ ਤੇ ਵੀ ਆ ਜੀ। ਅਸੀਂ ਕਹਿੰਦੇ ਪਿੰਡਾਂ ਦੇ ਵਿੱਚ ਠੇਕੇ ਬੰਦ ਹੋਣੇ ਚਾਹੀਦੇ ਆ, ਪਿੰਡਾਂ ਦੇ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਆ। ਤੇ ਸਰਕਾਰ ਦੁੱਧ ਦੀ ਡੈਰੀ ਨਹੀਂ ਖੋਲਦੀ ਕੋਈ, ਸ਼ਰਾਬ ਦਾ ਠੇਕਾ ਹਰ ਪਿੰਡ ਦੇ ਵਿੱਚ ਹੈਗਾ, ਹਰ ਮੋੜ ਤੇ ਤੁਹਾਨੂੰ ਮਿਲੂਗਾ। ਮਤਲਬ ਪਿੰਡਾਂ ਦੇ ਵਿੱਚ 4 ਤਾਂ ਹੋਣਗੇ, 5 ਤਾਂ ਹੋਣਗੇ, ਜਾਨੀ ਕੋਈ ਪਿੰਡ ਸੱਖਣਾ ਨਹੀਂ ਹੋਊਗਾ ਇਸ ਗੱਲ ਤੋਂ ਵੀ ਕੋਈ ਗਾਰੰਟੀ ਨਹੀਂ ਇਹ ਹੋਊਗੀ ਵੀ ਇੱਕ ਪਿੰਡ ਕੋਈ ਖਾਲੀ ਆ ਠੇਕੇ ਤੋਂ ਬਿਨਾਂ। ਮਤਲਬ ਨਹੀਂ ਤਾਂ ਆਪਾਂ ਦੇਖਦੇ ਰਹੇ ਆ ਵੀ ਕਿਤੇ ਪਿੰਡਾਂ 'ਚ ਠੇਕੇ ਹੁੰਦੇ ਹੀ ਨਾ ਸੀ, ਕੋਈ ਸ਼ਹਿਰਾਂ ਦੇ ਵਿੱਚ ਹੁੰਦੇ ਸੀ। ਤੇ ਅੱਜ ਨਹੀਂ ਘਰ ਠੇਕੇ ਖੋਲਦੇ। ਜੇ 12,500 ਪਿੰਡ ਆ ਤਾਂ 16,000 ਠੇਕਾ ਆ। ਬਿਲਕੁਲ, ਇਸ ਕਰਕੇ ਅਸੀਂ ਸਮਝਦੇ ਵੀ ਸਰਕਾਰ ਜਾਣ ਬੁੱਝ ਕੇ ਕਹਿਣ ਨੂੰ ਆ ਵੀ ਨਸ਼ੇ ਅਸੀਂ ਬੰਦ ਕਰੋ, ਨਹੀਂ ਜਾਣ ਕੇ ਨਸ਼ਿਆਂ ਤੇ ਲਾ ਰਹੇ ਆ। ਇਹ ਮਤਲਬ ਆ ਚਿੱਟਾ ਵੀ ਜਿਉਂਦਾ ਤੇ ਉਹ ਵਗਦਾ। ਇਹਨਾਂ ਨੇ ਸਹੁੰ ਖਾਦੀ ਸੀ ਜੀ ਵੀ ਅਸੀਂ ਮਤਲਬ ਲੱਕ ਤੋੜ ਦੇਵਾਂਗੇ ਚਿੱਟੇ ਦਾ। ਆਪਾਂ ਦੇਖਦੇ ਆ ਸਾਰੇ ਪਿੰਡਾਂ 'ਚ ਚਿੱਟਾ ਵਗਦਾ ਜੀ। ਸਾਡੇ ਨੌਜਵਾਨ ਧੜ ਮਰਦੇ ਜਾ ਰਹੇ ਆ। ਬਿਲਕੁਲ, ਤੇ ਇਸ ਕਰਕੇ ਸਾਨੂੰ ਇਹ ਵੀ ਲੜਾਈ ਸਾਡੇ ਮੋਢਿਆਂ ਤੇ ਹੈ ਵੀ ਅਸੀਂ ਆਪਣੀ ਜਵਾਨੀ ਵੀ ਬਚਾਉਣੀ ਆ, ਕਿਸਾਨੀ ਵੀ ਬਚਾਉਣੀ ਆ। ਇਹ ਸਾਡੇ ਮੋਢਿਆਂ ਤੇ ਆ। ਅਸੀਂ ਆਪਣੇ ਮਰਦੇ ਦਮ ਤੇ ਹੀ ਲੜਦੇ ਰਹਾਂਗੇ। ਔਰ ਸਾਨੂੰ ਇਹ ਗਾਰੰਟੀ ਆ ਵੀ ਲੋਕ ਲੜਨਗੇ ਤਾਂ ਲੋਕ ਜਿੱਤਣਗੇ। ਲੋਕਾਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ, ਜੇ ਕੋਈ ਕਿਸਾਨ ਆ ਉਹ ਕਿਸਾਨ ਜਥੇਬੰਦੀ ਬਣਾਓ, ਜੇ ਮਜ਼ਦੂਰ ਆ ਮਜ਼ਦੂਰ ਜਥੇਬੰਦੀ ਬਣਾਓ। ਵੋਟਾਂ 25 ਸਾਲ ਹੀ ਆਉਣੀਆਂ, ਹੁਣੇ ਨਹੀਂ ਤੁਹਾਡੀਆਂ ਮਿਹਨਤਾਂ ਕਰਨੀਆਂ, ਮੁੜ ਕੇ 5 ਸਾਲ ਇਹਨਾਂ ਨੇ ਤੁਹਾਨੂੰ ਲੁੱਟਣਾ ਤੇ ਕੁੱਟਣਾ ਆ। ਸਹੀ ਆ। ਤੇ ਇਹ ਮਤਲਬ ਜਿਹੜੇ ਅੱਜ ਤੁਸੀਂ ਮਿਹਨਤਾਂ ਕਰਦੇ, ਅੱਜ ਇਹਨੂੰ ਕਹਿੰਦੇ ਆ ਵੀ ਜੱਫੀਆਂ ਪਾਉਂਦੇ। ਹੁਣ ਤਾਂ ਇਹ ਵਿਹੜਿਆਂ 'ਚ ਵੀ ਆਉਣਗੇ, ਸਾਡੇ ਨਿਆਣਿਆਂ ਦੀਆਂ ਨਲੀਆਂ ਵੀ ਪਹੁੰਚਣਗੇ। ਇਹ ਬੜਾ ਡਰਾਮਾ ਕਰਨਗੇ ਕਿਉਂਕਿ ਹੁਣ ਸਾਡੇ ਮਜ਼ਦੂਰਾਂ ਦੇ ਘਰ ਰੋਟੀ ਵੀ ਖਾਂਦੇ ਹੁਣ ਆ ਕੇ। ਪਰ 5 ਸਾਲ ਹੀ ਇਹਨਾਂ ਨੂੰ ਚੇਤਾ ਆਇਆ। ਠੀਕ ਹੈ, ਆ ਕੈਪਟਨ ਦਾ ਦੇਖ ਲਓ, ਧੌਣ ਨਾ ਸੀ ਮੁੜਦੀ, ਜਿੱਦਾਂ ਇਹਦੀ ਧੌਣ 'ਚ ਕੀਲਾ ਦਿੱਤਾ ਹੁੰਦਾ। ਆ ਲੋਕਾਂ ਨੇ ਹੁਣ ਕੱਢ ਮਾਰਿਆ ਜੀ, ਪਤਾ ਲੱਗ ਜਾਂਦਾ ਵੀ ਸਾਰਾ ਕੁਝ। ਹੁਣ ਤਾਂ ਅਸੀਂ ਤਾਂ ਹੁਣ ਵੀ ਉਹਨੂੰ ਬੇਨਤੀ ਕਰਦੇ ਵੀ ਦੇਖੋ ਭਲਾ ਇਸ ਗੱਲ 'ਚ ਹੁੰਦਾ ਤੇ ਚੁੱਪ ਕਰਕੇ ਹੁਣ ਘਰ ਬਹਿ ਜਾ। ਤੂੰ 4.5 ਸਾਲ ਕਾ ਕੀਤਾ ਨਹੀਂ, ਤੂੰ ਬਾਹਰ ਨਿਕਲਿਆ ਨਹੀਂ ਘਰੋਂ, ਤੇ ਅੱਜ ਤੂੰ ਫੇਰ ਹੁਣ ਹੋਰ ਪਾਰਟੀਆਂ ਬਣਾਉਂਦਾ ਫਿਰ। ਇਹਨਾਂ ਨੂੰ ਅਸਲੀ ਕੀ ਆ ਜੀ, ਜੋ ਸਾਡੀ ਸਮਝ ਕੰਮ ਕਰਦੀ ਆ ਜੀ। ਵੋਟਾਂ ਇੱਕ ਵਪਾਰ ਹੋ ਗਿਆ। ਠੀਕ ਹੈ, ਇਹ ਮਤਲਬ ਲੋਕ ਸੇਵਾ ਨਹੀਂ ਹੈ ਜੀ। ਹੁਣ ਇੱਕ ਹੋ ਗਿਆ ਵੀ ਜਿਹੜੇ ਬੰਦੇ ਇੱਕ ਉਹ ਵੀ ਦੇਖਦੇ ਤੁਸੀਂ ਵੋਟਾਂ ਦੇ ਉੱਤੇ। ਹਾਂਜੀ, ਹੁਣ ਉਹ ਕਹਿੰਦੇ ਪ੍ਰਧਾਨ ਅੱਗੇ ਲੱਗਦੇ ਸੀ ਜੀ ਹੈ, ਹੁਣ ਕਹਿੰਦੇ ਜੀ ਅਸੀਂ ਸੇਵਾਦਾਰ ਆ। ਬਿਲਕੁਲ, ਵੀ ਸੇਵਾਦਾਰ ਇਦਾਂ ਦੇ ਆ ਵੀ ਇਹਨਾਂ ਨੂੰ ਮਤਲਬ ਜਿਹੜੇ 2-2 ਲੱਖ ਰੁਪਈਆ ਤਨਖਾਹ,
ਹਾਂਜੀ। 75,000 ਰੁਪਇਆ ਪੈਨਸ਼ਨ ਜੀ। ਵੀ ਇਹਨਾਂ ਦੇ ਹੁਣ ਤੁਸੀਂ ਦੇਖਿਆ ਇੱਕ ਫੇਸਬੁੱਕ ਤੇ ਸੀਗਾ ਵੀ ਐਮਐਲਏ ਨੇ 2-2 ਲੱਖ ਦੇ, ਚਾਹੇ ਉਹ ਵਿਦੇਸ਼ ਕਰੋਨਾ ਦੇ ਵਿੱਚ ਵਿਦੇਸ਼ ਤੱਕ ਉਹ ਗਿਆ ਨਹੀਂ, ਹਾਂਜੀ। ਇਹਨੀ 2-2 ਲੱਖ ਦੇ ਉਹ ਮਤਲਬ ਟੈਂਡਰ ਭਰ ਕੇ ਲੈ ਲਿਆ ਵੀ ਮਤਲਬ ਵੀ ਅਸੀਂ ਤਾਂ ਵਿਦੇਸ਼ ਘੁੰਮਣ ਗਏ ਸੀ ਜੀ। ਮਤਲਬ ਹਰ ਗੱਲ ਦੇ ਉੱਤੇ ਲੁੱਟ ਕੀਤੀ ਜਾ ਰਹੀ ਆ। ਠੀਕ ਚਾਹੇ ਰੇਤਾ, ਅੱਜ ਹੁਣ ਰੇਤਾ ਤੁਸੀਂ ਦੱਸੋ ਮੈਨੂੰ ਕਿਸੇ ਨੂੰ 5.5 ਰੁਪਏ ਪੀਪਾ ਕੋਈ ਮੈਨੂੰ ਦੱਸ ਦੇਵੇ ਲਿਆ ਕੇ, ਮਿਲਦਾ ਕਿਸੇ ਨੂੰ ਜੀ? ਕਿਤੇ ਨਹੀਂ ਮਿਲਦਾ ਹੈ। ਤੇ ਆ ਧੜਾ ਹੁਣ ਸਾਡੀ ਜਥੇਬੰਦੀ ਨੇ ਆ ਬੰਦ ਕਰਾਇਆ ਇੱਥੇ ਜਾ ਕੇ, ਆ ਫਲੋਰ ਦੇ ਲਾਗੇ ਲਗਾ, ਤੁਸੀਂ ਦੇਖਿਆ ਹੋਣਾ। ਤੇ ਉਹ ਲਗਾਤਾਰ ਉਹ ਲੋਕਾਂ ਦੀ ਜ਼ਮੀਨ ਜਿਹੜੀ ਆ ਉਹ ਮਤਲਬ ਪੱਟੀ ਜਾ ਰਹੀ ਆ, ਧੱਕੇ ਨਾਲ ਪੱਟ ਰਿਹਾ ਠੇਕਾ ਜੀ। ਠੀਕ ਹੈ। ਠੇਕੇਦਾਰ ਜਾ ਕੇ, ਤੇ ਸਰਕਾਰ ਨੂੰ ਪਤਾ ਬੜਾ ਸੋਹਣਾ ਮੰਤਰੀਆਂ ਨੂੰ ਵੀ ਪਤਾ, ਰਲ ਮਿਲ ਕੇ ਚੋਰਾਂ ਨਾਲ ਕੁੱਤੀ ਰਲੀ ਆ ਵੀ ਲੋਕਾਂ ਦੀ ਲੁੱਟ ਹੋ ਰਹੀ ਆ। ਹੌਲੀ ਹੌਲੀ ਲੋਕ ਜਿਹੜੇ ਆ ਉਹ ਚੇਤਨ ਹੋਣਗੇ ਤੇ ਸਮਾਂ ਆ ਗਿਆ ਹੁਣ, ਤੇ ਹੁਣ ਲੋਕ ਜਿਹੜੇ ਜਾਗਣਗੇ ਔਰ ਇਹ ਸਰਕਾਰ ਦੀ ਜਿਹੜੀ ਨੀਂਦ ਹਰਾਮ ਕਰਨਗੇ। ਤੁਸੀਂ ਦੇਖੋ ਵੀ ਆਪਾਂ ਹੁਣ ਬਿਲਗੇ ਪਿੰਡ 'ਚ ਲਾ ਲਈਏ, ਹਾਂਜੀ, ਇਮਾਨਦਾਰ ਬੰਦਾ ਇੱਥੇ ਮਤਲਬ ਮਿਊਨਿਸਪਲ ਕਮੇਟੀ ਆ ਚਾਹੇ ਪੰਚਾਇਤੀ ਚੋਣਾਂ, ਉਹ ਮੈਂਬਰ ਪੰਚਾਇਤ ਨਹੀਂ ਬਣ ਸਕਦਾ। ਲੱਖਾਂ ਰੁਪਏ ਲੱਗਦੇ ਵੇ ਲੋੜਾ ਆ ਗਿਆ। ਬਿਲਕੁਲ। ਜੇ ਮੈਂਬਰ ਪੰਚਾਇਤੀ ਤੇ ਲੱਖਾਂ ਲੱਗਦੇ ਆ, ਹਾਂਜੀ। ਸਰਪੰਚ ਤੇ 10-10 ਲੱਖ ਰੁਪਇਆ ਲੱਗਦਾ ਜੀ, ਤੇ ਪ੍ਰਧਾਨ ਤੇ 10-10 ਲੱਖ ਰੁਪਇਆ ਲੱਗਦਾ, ਹਾਂਜੀ। ਤੇ ਫਿਰ ਲੋਕਾਂ ਦੀ ਸੇਵਾ ਥੋੜੀ ਕਰਨੀ, ਉਹ ਤਾਂ ਫਿਰ ਪੈਸੇ ਆਪਣੇ ਪੂਰੇ ਹੀ ਕਰਨਗੇ। ਔਰ ਤੁਸੀਂ ਹਾਲ ਬਿਲਗੇ ਦਾ ਵੀ ਦੇਖਿਆ, ਹਾਂਜੀ, ਵੀ ਜੇ ਮੇਰਾ ਖਿਆਲ ਵੀ ਜਿੰਨਾ ਪੈਸਾ ਬਿਲਗੇ ਚ ਆਇਆ ਅੱਧਾ ਵੀ ਨਹੀਂ ਲੱਗਾ। ਠੀਕ ਹੈ, ਅੱਧਾ ਵੀ ਨਹੀਂ ਲੱਗਾ, ਲੁੱਟ ਕੇ ਸਾਰਾ ਪੈਸਾ ਇਹ ਮੰਤਰੀਆਂ ਦੀ ਜੇਬਾਂ 'ਚ ਚਲੇ ਗਿਆ, ਕੁਝ ਵੱਡੇ ਅਫਸਰਾਂ ਦੀ ਜੇਬ, ਸਾਰੀਆਂ ਜੁੜਲੀ ਨੇ ਰਲੀ ਹੋਈ ਆ ਲੋਕਾਂ ਨੂੰ ਲੁੱਟਣ ਦੇ ਲਈ, ਉਹਨਾਂ ਦੀਆਂ ਜੇਬਾਂ 'ਚ ਚਲੇ ਗਿਆ ਸਾਰਾ। ਜੇ ਅੱਜ ਇਨਕੁਆਰੀ ਕਰਾਈ ਜਾਵੇ, ਜੇ ਇਮਾਨਦਾਰੀ ਨਾਲ ਇਨਕੁਆਰੀ ਹੋ ਜਾਏ, ਸਾਰੇ ਦੇ ਪਰਚੇ ਹੁੰਦੇ ਆ। ਸਹੀ ਆ। ਜੇ ਨਹੀਂ ਹੁੰਦੇ ਤੁਸੀਂ ਸਾਰਾ, ਮੈਂ ਤਾਂ ਉੱਥੇ ਤੁਹਾਡੀਆਂ ਖਬਰਾਂ ਵੀ ਦੇਖਦਾ ਰਿਹਾ, ਤੁਹਾਡਾ ਚੈਨਲ ਵੀ ਦੇਖਦਾ, ਤੁਸੀਂ ਕੱਲੀ ਇੱਟਾਂ ਦਿਖਾਣ ਦੇ ਬਾਅਦ ਦੇਖੋ ਹਲੇ ਬਣੀ ਕਦੋਂ ਤੇ ਟੁੱਟ ਕਦੋਂ ਗਈਆਂ, ਨਾਲੀਆਂ ਕਦੋਂ ਬਣੀਆਂ ਤੇ ਕਦੋਂ ਟੁੱਟ ਗਈਆਂ, ਕਿਉਂਕਿ 70 ਸਾਲਾਂ 'ਚ ਨਹੀਂ ਸਾਡੀਆਂ ਨਾਲੀਆਂ ਗਲੀਆਂ ਨਹੀਂ ਪੱਕੀਆਂ ਹੋਈਆਂ। ਹੋਰ ਤਾਂ ਵਿਕਾਸ ਹੋਣਾ ਹੀ ਕੀ ਆ ਜੀ? ਕੋਈ ਸਾਡੇ ਇਲਾਕੇ 'ਚ ਫੈਕਟਰੀ ਨਹੀਂ ਹੈ ਜਿੱਥੇ ਸਾਡੇ ਨਿਆਣੇ ਕੋ ਕੰਮ ਕਰ ਲੈਣ, ਕੋਈ ਕੰਮ ਨਹੀਂ ਹੈ ਇੱਥੇ, ਕੋਈ ਮਤਲਬ ਕਿ ਮਾੜਾ ਮੋਟਾ ਦਿਹਾੜੀ ਡੱਪਾ ਮਿਲ ਜਾਂਦਾ ਸੀ, ਕਰੋਨਾ ਦੇ ਵਿੱਚ ਉਹ ਵੀ ਬੰਦ ਹੋ ਗਿਆ ਜੀ। ਤੇ ਲੋਕ ਤਾਂ ਇਸ ਵੇਲੇ ਮਜਬੂਰ ਆ ਬਈ। ਠੀਕ ਹੈ। ਤੇ ਇਸ ਕਰਕੇ ਵੀ ਮੰਤਰੀਆਂ ਲਈ ਗੱਫੇ, ਲੋਕਾਂ ਨੂੰ ਧੱਕੇ, ਇਸ ਕਰਕੇ ਇਹ ਸਮਝਦੇ ਆ ਵੀ ਹੁਣ ਲੋਕਾਂ ਨੂੰ ਮਿਲਣ ਗੱਫੇ ਤੇ ਮੰਤਰੀਆਂ ਨੂੰ ਪੈਣ ਧੱਕੇ। ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਹੁਣ ਇਹਨਾਂ ਨੂੰ ਆਪਣੇ ਘਰਾਂ 'ਚ ਇਹਨਾਂ ਨੂੰ ਬਰਫੀ ਖਵਾਓ, ਚਾਹ ਵੀ ਪਿਲਾਓ, ਅਸੀਂ ਇਹ ਨਹੀਂ ਕਹਿੰਦੇ, ਪਰ ਇਹਨਾਂ ਨੂੰ ਸਵਾਲ ਜ਼ਰੂਰ ਕਰੋ। ਠੀਕ ਹੈ। ਇਹਨਾਂ ਨੂੰ ਸਵਾਲ ਕਰੋ ਵੀ ਦੱਸੋ ਵੀ ਤੁਸੀਂ ਮਤਲਬ ਸਾਡੇ ਲਈ ਕੀਤਾ ਕੀ ਆ? 75 ਸਾਲ ਤੁਹਾਡੀਆਂ ਸਰਕਾਰਾਂ ਅਸੀਂ ਲਿਆਂਦੀਆਂ, ਤੁਸੀਂ ਸਾਡੇ ਲਈ ਕੀ ਕੀਤਾ? ਅਸੀਂ ਹੁਣ ਆਪਾਂ, ਤੁਸੀਂ ਵੀ ਸ਼ਾਇਦ ਤੋਂ ਬਹੁਤ ਛੋਟੇ ਆ, ਅਸੀਂ ਤਾਂ 10 ਪੈਸੇ ਦੇ ਕੇ ਪੜ੍ਹੇ ਆ ਯਾਰ ਜੀ, 10 ਪੈਸੇ ਦੇ ਕੇ ਪੜ੍ਹੇ। ਸਾਰੇ ਹੀ ਜਿਹੜੇ ਸਰਕਾਰੀ ਸਕੂਲਾਂ ਵਿੱਚ ਡੀਸੀ ਤਾਂ ਲੋਕ ਗਏ ਆ ਜੀ। ਬਿਲਕੁਲ। ਤੇ ਅੱਜ ਤੁਸੀਂ ਦੇਖੋ ਪ੍ਰਾਈਵੇਟ ਅਸੀਂ ਹਰ 5-5 6-6 ਹਜ਼ਾਰ ਰੁਪਈਆ ਇੱਕ ਨਰਸਰੀ ਦੇ ਬੱਚੇ ਦਾ ਹਾਂਜੀ ਖਰਚਾ ਆਉਂਦਾ ਜੀ। ਬਿਲਕੁਲ। ਤੇ ਤੁਸੀਂ ਦੱਸੋ ਵੀ ਉਹ ਮਾਪਾ ਕੀ ਕਰੂਗਾ? ਕਿੱਥੇ ਅਨਪੜ੍ਹ ਬੱਚੇ ਸਾਡੇ ਮਜ਼ਦੂਰ ਕਿੱਥੋਂ ਬੱਚਾ ਆਪਣਾ ਪੜ੍ਹਾ ਲੂਗਾ ਜੀ? ਸਰਕਾਰੀ ਟੀਚਰ ਦੇਖੋ ਨਿਆਣੇ ਡਿਗਰੀਆਂ ਕੀਤੀਆਂ ਆ, ਠੀਕ ਹੈ, ਟੈਂਕੀਆਂ ਤੇ ਚੜ੍ਹੇ ਹੋਇਆ ਜੀ, ਕਿੱਦਾਂ ਘੁੱਟ ਪੈਂਦੀ ਆ। ਆ ਤੁਸੀਂ ਦੇਖੋ ਸਾਡੀਆਂ ਕੁੜੀਆਂ ਨੂੰ ਇੱਕ ਪੁੱਤਰਿਆ DSP ਸਰਕਾਰ ਦਾ ਜਿਹੜਾ ਬਹੁਤ ਚਮਚਾ ਬਣਿਆ ਹੈ, ਅਸੀਂ ਜਥੇਬੰਦੀਆਂ 'ਚ ਮੰਗ ਰੱਖੀ ਆ ਵੀ ਇਹਨੂੰ ਟਰਮੀਨੇਟ ਕਰਕੇ ਤੇ ਪਰਚਾ ਦਰਜ ਕਰੋ ਬੇਈਮਾਨ ਤੇ। ਅੱਛਾ ਜੀ। ਇਹਨੂੰ ਕਿਹਨੇ ਅਧਿਕਾਰ ਦਿੱਤੇ ਵੀ ਉਹ ਬੱਸ ਦੇ ਵਿੱਚੋਂ ਗ੍ਰਿਫਤਾਰ ਕੀਤੀਆਂ ਸਾਡੀਆਂ ਕੁੜੀਆਂ ਮੁੰਡੇ, ਬੱਸ ਦੇ ਵਿੱਚ ਹੁੱਦਾ ਮਾਰਦਾ। ਬਿਲਕੁਲ। ਇਹਨੂੰ ਪੁੱਛੇ ਕੋਈ ਵੀ ਤੂੰ ਆਪਣੀ ਨੌਕਰੀ ਲੈ ਲਈ ਜੀ, ਤੇ ਉਹਨਾਂ ਦੀ ਨੌਕਰੀ ਬਾਰੇ ਤੇਰੇ ਢਿੱਡ ਦੁਖਦਾ? ਜੇ ਅੱਜ ਉਹ ਨੌਕਰੀ ਮੰਗਦੇ ਉਹ ਪੜ੍ਹੇ ਲਿਖੇ ਆ, ਬਿਲਕੁਲ, ਉਹਨਾਂ ਦੀ ਡਿਊਟੀ ਬਣਦੀ ਸਰਕਾਰ ਤੋਂ, ਜਿਹੜੀ ਸਰਕਾਰ ਨੇ ਚੋਣ ਵਾਅਦਿਆਂ ਦੇ ਵਿੱਚ ਲੋਕਾਂ ਦੇ ਨਾਲ ਵਾਅਦਾ ਕੀਤਾ ਜੀ, ਤੇ ਉਹਨਾਂ ਦੀ ਡਿਊਟੀ ਬਣਦੀ ਵੀ ਸਰਕਾਰ ਨੂੰ ਪੁੱਛਣ ਵੀ ਦੱਸੋ ਸਾਡੀ ਨੌਕਰੀ ਕਿੱਥੇ ਆ? ਤੁਸੀਂ ਸਾਡੇ ਤੋਂ ਫਾਰਮ ਭਰਾਏ ਆ। ਇਹ ਬੇਈਮਾਨ ਜਿਹੜੇ ਇਦਾਂ ਦੇ ਆ, ਸਰਕਾਰ ਦੇ ਝੋਲੀ ਚੱਕ ਆ, ਜਿਹੜੇ ਸਰਕਾਰ ਦੇ ਟੁਕੜੇ DSP ਭਰ ਗਏ, ਅਸੀਂ ਇਹਨੂੰ ਤਾੜਨਾ ਦਿੰਦੇ ਆ ਜਥੇਬੰਦੀਆਂ ਵੱਲੋਂ ਜੀ ਵੀ ਇਦਾਂ ਦੇ ਭੂਤਰਿਆਂ ਨੂੰ ਅਸੀਂ ਨੱਥ ਪਾਵਾਂਗੇ ਜੀ। ਬਿਲਕੁਲ ਬਿਲਕੁਲ। ਇਹਨਾਂ ਦੇ ਮਤਲਬ ਜਿੰਨਾ ਚਿਰ ਟਰਮੀਨੇਟ ਨਹੀਂ ਹੁੰਦਾ, ਜਿੰਨਾ ਚਿਰ ਇਹਦੇ ਪਰਚਾ ਨਹੀਂ ਦਰਜ ਹੁੰਦਾ, ਇਹਨੂੰ ਦਿਖਾਵਾਂਗੇ ਵੀ ਮਤਲਬ ਕੀ ਭਵਿੱਖਦੀ ਆ। ਠੀਕ ਹੈ ਦੋਸਤੋ, ਤੁਸੀਂ ਕਾਮਰੇਡ ਸੰਤੋਖ ਸਿੰਘ ਸੰਧੂ ਨੂੰ ਸੁਣਿਆ। ਇਹਨਾਂ ਨੇ ਅੰਦੋਲਨ ਦੌਰਾਨ ਜਿਹੜੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ, ਕੇਂਦਰ ਸਰਕਾਰ ਨਾਲ ਕਿਸ ਤਰ੍ਹਾਂ ਇਨੀ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜਾਈ ਲੜੀ, ਉਹਦੇ ਬਾਰੇ ਵੀ ਤਜਰਬਾ ਸਾਂਝਾ ਕੀਤਾ। ਤੇ ਹੁਣ ਪੰਜਾਬ ਸਰਕਾਰ ਨੂੰ ਵੀ ਜਿਸ ਤਰ੍ਹਾਂ ਇਨੀ ਪੰਜਾਬ ਵਿੱਚ ਪਹੁੰਚ ਕੇ ਤਾੜਨਾ ਕੀਤੀ ਹੈ। 17 ਦਸੰਬਰ ਨੂੰ ਤੁਹਾਡੀ ਚੰਗੀ ਸਰਕਾਰ 32 ਕਿਸਾਨ ਜਥੇਬੰਦੀ ਮੀਟਿੰਗ ਹੋ ਰਹੀ ਹੈ, ਤਾਂ ਉਹਦੇ ਵਿੱਚ ਵੀ ਜਿਹੜੇ ਲੋਕਾਂ ਦੀਆਂ ਹੱਕੀ ਮੰਗਾਂ ਆ ਉਹਦੇ ਨੂੰ ਲੈ ਕੇ ਜਿਹੜੀ ਆ ਗੱਲਬਾਤ ਹੋਣ ਜਾ ਰਹੀ ਆ। ਇਸ ਤੋਂ ਲੱਗਦਾ ਹੈ ਕਿ ਇਹ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਆ, ਇਹ ਇਸੇ ਤਰ੍ਹਾਂ ਲਗਾਤਾਰ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ
ਮੌਜੂਦਾ ਸਰਕਾਰ ਅਤੇ ਆਉਣ ਵਾਲੀ ਸਰਕਾਰ ਦੇ ਵੀ ਉੱਤੇ ਪ੍ਰੈਸ਼ਰ ਰਹੂਗਾ। ਬਿਲਕੁਲ ਤੁਸੀਂ ਸੰਤੋਖ ਸਿੰਘ ਸੰਧੂ ਜੀ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਬਿਲਗਾ ਆਨਲਾਈਨ ਨਿਊਜ਼ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਬਾਹਰਲੀ ਸੰਗਤ ਨੂੰ ਜਿਨ੍ਹਾਂ ਨੇ ਸਾਡੇ ਮੋਰਚੇ ਸਪੋਰਟ ਕੀਤੀ ਆ, ਜਿਹੜੇ ਸਾਥੀਆਂ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ, ਚੈਨਲ ਵਾਲੇ ਸਾਥੀਆਂ ਦਾ ਧੰਨਵਾਦ, ਜਿੰਨੇ ਵੀ ਸਾਡੇ ਸਾਥੀ ਸਾਡੇ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।